ਭੋਗ ਐਤਵਾਰ ਨੂੰ ਸ਼ਾਮ ਨੂੰ 4 ਵਜੇ ਹੀ ਪੈਣਗੇ। ਉਸ ਤੋਂ ਬਾਅਦ ਵਿਸ਼ੇਸ਼ ਪ੍ਰੋਗਰਾਮ ਹੋਵੇਗਾ, ਜਿਸ ਪੰਥ ਦੇ ਪ੍ਰਸਿੱਧ ਕੀਰਤਨੀਏ, ਕਥਾਵਾਚਕ ਅਤੇ ਹੋਰ ਗੁਰਮੁਖ ਬੁਲਾਰੇ ਪਹੁੰਚ ਰਹੇ ਹਨ। ਜ਼ਰੂਰ ਆਪ ਜੀ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਆਓ ਸਾਧ ਸੰਗਤ ਜੀ ਬੜੇ ਪਿਆਰ ਨਾਲ ਗੁਰੂ ਚਰਨਾਂ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਮਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਉਪਈ ਸੁਣ ਸੋ ਚਿੱਠੋ ਖਾਲਸੋ ਚੜਿਓ, ਰੋਪੜ ਦਰੇ ਜਾਏ ਸੋ ਵੜਿਓ। ਸੁਨਤ ਸੋ ਚਿੱਠੋ ਖਾਲਸੋ ਚੜਿਓ, ਰੋਪੜ ਦਰੇ ਜਾਏ ਸੋ ਵੜਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਪਾਤਸ਼ਾਹ ਦੀ ਅਪਾਰ ਰਹਿਮਤ ਤਰਸ ਸਦਕਾ ਸੰਧਿਆ ਵੇਲੇ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰਨ ਵਾਸਤੇ ਮਹਾਰਾਜ ਨੇ ਇਹ ਸਮਾਂ ਝੋਲੀ ਵਿੱਚ ਪਾਇਆ। ਇਸ ਸਮੇਂ ਨੂੰ ਸਫਲਾ ਕਰੀਏ। ਬੇਨਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਪ੍ਰੇਮ ਸਹਿਤ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਸੁਣ
ਸੁਣਤ ਸੋ ਚਿੱਠੋ ਖਾਲਸੋ ਚੜਿਓ। ਖਾਲਸਾ ਜੀ, ਬੀਤੇ ਦਿਨੀ ਸਰਵਣ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਤੋਂ ਚੱਲ ਕੇ ਬਨੂੜ ਇਲਾਕੇ ਵਿੱਚ ਆ ਕਰਕੇ ਡੇਰਾ ਕਰਦੇ ਨੇ। ਹੁਣ ਬਨੂੜ ਆ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਿਚਾਰ ਕੀਤੀ ਕਿ ਜਲਦੀ ਕਰਕੇ ਸਰਹੰਦ ਦੀ ਧਰਤੀ ਤੇ ਹੱਲਾ ਬੋਲਣਾ ਚਾਹੀਦਾ ਹੈ। ਜਿਸ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜ਼ਿਕਰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਵਜੀਦ ਖਾਨ ਨੇ, ਉਹਦਾ ਸੋਧਾ ਲਾਉਣਾ ਚਾਹੀਦਾ। ਤੇ ਬਨੂੜ ਦੀ ਧਰਤੀ ਤੇ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਚਿੱਠੀਆਂ ਭੇਜੀਆਂ। ਜਿਹੜੇ ਮਾਝੇ ਦੇ ਗੁਰੂ ਕੇ ਸਿੰਘ ਕੀਰਤਪੁਰ ਸਾਹਿਬ ਆ ਕਰਕੇ ਕਈ ਦਿਨਾਂ ਤੋਂ ਰੁਕੇ ਹੋਏ ਸਨ, ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਖਾਲਸਾ ਜੀ, ਕਿ ਹੁਣ ਤੁਸੀਂ ਵੀ ਹੱਲਾ ਬੋਲ ਕੇ ਆ ਜਾਓ, ਕਿਉਂਕਿ ਜਿਸ ਕਾਰਜ ਵਾਸਤੇ ਸਤਿਗੁਰੂ ਨੇ ਭੇਜਿਆ ਉਹ ਹੁਣ ਸਮਾਂ ਆ ਗਿਆ। ਤੇ ਕਹਿੰਦੇ ਜਦੋਂ ਖਾਲਸਿਆਂ ਨੂੰ ਚਿੱਠੀਆਂ ਮਿਲੀਆਂ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸੁਨੇਹਾ ਆਇਆ, ਸਾਰੇ ਗੁਰੂ ਕੇ ਖਾਲਸੇ ਘੋੜੇ ਤਿਆਰ ਕਰਕੇ ਘੋੜਿਆਂ ਤੇ ਕਾਠੀਆਂ ਪਾ ਕਰਕੇ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਚਾਲਾ ਪਾਉਂਦੇ ਨੇ। ਰੋਪੜ ਦਰੇ ਜਾਏ ਸੋ ਵੜਿਓ। ਤੇ ਰੋਪੜ ਤੋਂ ਅਗਾਂਹ ਜਾ ਕਰਕੇ ਉਹ ਨਿਕਲਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਦੀ ਤਿਆਰੀ ਕਰਦੇ ਨੇ। ਜੈ ਜਬ ਖਬਰ ਵਜੀਰੇ ਭਈ। ਤੇ ਜਦੋਂ ਵਜੀਦ ਖਾਨ ਨੂੰ ਪਤਾ ਲੱਗਾ ਕਿ ਗੁਰੂ ਕੇ ਖਾਲਸੇ ਰੋਪੜ ਤੋਂ ਅੱਗੇ ਨਿਕਲ ਚੁੱਕੇ ਨੇ, ਹਾਂਜੀ, ਉਧਰ ਫੌਜ ਮਲੇਰੀਆ ਨਠਈ। ਤਾਂ ਉਸ ਨੇ ਮਲੇਰ ਕੋਟਲੇ ਦੀ ਫੌਜ ਨੂੰ ਕਹਿ ਦਿੱਤਾ ਕਿ ਭਾਈ ਜਾਓ, ਜਿਹੜੇ ਖਾਲਸੇ ਬੰਦਾ ਸਿੰਘ ਬਹਾਦਰ ਦੇ ਦਲ ਵਿੱਚ ਜਾ ਕੇ ਮਿਲਣ ਦੀ ਤਿਆਰੀ ਕਰ ਰਹੇ ਨੇ, ਜਾ ਕੇ ਉਹਨਾਂ ਦਾ ਰਸਤਾ ਰੋਕੋ। ਦਿਨ ਮੈਂ 4 ਸਰਦਾਰ ਥੇ ਆਈ। ਮਲੇਰ ਕੋਟਲੇ ਦੀ ਜਿਹੜੀ ਪਠਾਣਾ ਦੀ ਫੌਜ ਆਈ ਸੀ ਨਾ, ਉਹਦੇ ਵਿੱਚ 4 ਸਰਦਾਰ ਭਰਾ ਵੀ ਸਨ। ਨਾਹਰ ਖਾਂ ਕੇ ਥੇ ਜੋ ਭਾਈ। ਜਿਹੜਾ ਨਾਹਰ ਖਾਂ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਦਾ ਸਵਾਦ ਚਖਾਇਆ ਸੀ, ਉਹਦੇ ਭਰਾ ਖਾਲਸਾ ਜੀ ਸਿੰਘਾਂ ਦਾ ਰਸਤਾ ਰੋਕਣ ਵਾਸਤੇ ਆਏ। ਅਕਿਆਦ ਖਿਦਰ ਓ ਮੁਹੰਮਦ ਸ਼ੇਰ। ਖਵਾਜਾ ਖਿਦਰ ਇੱਕ ਦਾ ਨਾਮ ਹੈ ਤੇ ਦੂਸਰਾ ਮੁਹੰਮਦ ਸ਼ੇਰ, ਸ਼ੇਰ ਮੁਹੰਮਦ। ਇਹ ਦੋ ਭਰਾ ਨਾਹਰ ਖਾਂ ਦੇ, ਖਵਾਜਾ ਖਿਜਰ ਤੇ ਸ਼ੇਰ ਮੁਹੰਮਦ, ਇਹ ਪਠਾਣਾ ਦੀ ਫੌਜ ਲੈ ਕਰਕੇ ਆਏ ਤਾਂ ਕਿ ਸਿੰਘਾਂ ਦਾ ਰਸਤਾ ਰੋਕਿਆ ਜਾਵੇ। ਔਰ ਭਾਈ ਦੋ ਹੁਤੇ ਮਤੇਰ। ਤੇ ਦੋ ਉਹ ਭਰਾ ਜਿਹੜੇ ਇਹਨਾਂ ਦੇ ਮਤਰੇਈ ਮਾਂ ਦੇ ਜਾਏ ਸਨ, ਭਾਵ ਕਿ ਇੱਕ ਤੇ ਇਹ ਭਰਾ ਹੋਏ ਖਵਾਜਾ ਖਿਜਰ ਤੇ ਸ਼ੇਰ ਮੁਹੰਮਦ, ਤੇ ਦੂਸਰੇ ਇਹਨਾਂ ਦੀ ਸਤੇਲੀ ਮਾਂ ਦੇ ਪੁੱਤਰ, ਉਹ ਵੀ ਇਹਨਾਂ ਦੇ ਭਰਾ, ਉਹ ਵੀ ਜੰਗ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਇਹ ਕਰ ਦੌੜ ਸਿੰਘਨ ਪਰ ਪੜੇ। ਕਹਿੰਦੇ ਨੇ ਬੜੇ ਦੌੜ ਕਰਕੇ, ਧਾਵਾ ਬੋਲ ਕਰਕੇ ਸਿੰਘਾਂ ਦਾ ਰਸਤਾ ਰੋਕਣ ਵਾਸਤੇ ਸਿੰਘਾਂ ਉੱਤੇ ਵਰ ਪਏ। ਦੇਖ ਫੌਜ ਸਿੰਘ ਹੋ ਪਏ ਖੜੇ। ਪਰ ਜਦੋਂ ਖਾਲਸਿਆਂ ਨੇ ਵੇਖਿਆ ਵੀ ਅੱਗੋਂ ਪਠਾਣਾ ਦੀ ਫੌਜ ਆ ਰਹੀ ਹੈ, ਖਾਲਸੇ ਘਬਰਾਏ ਨਹੀਂ। ਗੁਰੂ ਕੇ ਸਿੰਘ ਤਿਆਰ ਬਰ ਤਿਆਰ, ਹੱਥਾਂ ਵਿੱਚ ਸ਼ਸਤਰ ਪਕੜ ਕਰਕੇ ਗੁਰਬਾਣੀ ਦਾ ਜਾਪ ਕਰਕੇ ਖੜੇ ਹੋ ਗਏ। ਸਿੰਘਨ ਪਠਾਨਣ ਪੜ ਗਿਓ ਭੇੜ। ਕਹਿੰਦੇ ਇਸ ਥਾਂ ਦੇ ਉੱਤੇ ਪਠਾਣਾ ਦਾ ਤੇ ਸਿੰਘਾਂ ਦਾ ਆਪਸ ਵਿੱਚ ਬਹੁਤ ਜੰਗੀ ਪੱਧਰ ਦੇ ਉੱਤੇ ਮੁਕਾਬਲਾ ਹੋ ਗਿਆ, ਭੇੜ ਪੈ ਗਿਆ। ਸਿੰਘਨ ਪੈ ਉਨ ਕੀਨੋ ਨੇੜ। ਕਹਿੰਦੇ ਉਧਰੋਂ ਖਾਲਸੇ ਨੇ ਇੱਕ ਪਾਸੇ ਗੁਰੂ ਕੇ ਸਿੰਘ ਡਟੇ, ਇੱਕ ਪਾਸੇ ਪਠਾਣਾ ਦੀ ਫੌਜ ਚੜ ਕੇ ਆ ਰਹੀ ਹੈ। ਪਠਾਣਾ ਦੀ ਫੌਜ ਹਮਲਾ ਕਰਦੀ ਕਰਦੀ ਸਿੰਘਾਂ ਦੇ ਬਿਲਕੁਲ ਨਜ਼ਦੀਕ ਪਹੁੰਚ ਗਈ। ਸਿੰਘ ਪਿਆਗਿਓ ਟਰੇ ਸੋ ਨਾਹੇ। ਪਰ ਜਦੋਂ ਹਥਿਆਰ ਲੈ ਕੇ ਸਿੰਘਾਂ ਦੇ ਕੋਲ ਪਹੁੰਚੇ, ਸਿੰਘ ਡਰ ਕੇ ਭੱਜੇ ਨਹੀਂ। ਗੁਰੂ ਕੇ ਸਿੰਘ ਉਸੇ ਤਰ੍ਹਾਂ ਮੁਕਾਬਲਾ ਕਰਦੇ ਨੇ, ਟਲਦੇ ਨਹੀਂ, ਭੱਜਦੇ ਨਹੀਂ। ਸਨਮੁਖ ਹੋਏ ਹੋਏ ਯੁੱਧ ਕਰਾਹੇ। ਕਹਿੰਦੇ ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕਰਕੇ ਸਾਹਮਣੇ ਖੜੇ ਹੋ ਕਰਕੇ ਪਰਬਤ ਦੀ ਤਰ੍ਹਾਂ, ਪਹਾੜਾਂ ਦੀ ਤਰ੍ਹਾਂ, ਚਟਾਨਾਂ ਦੀ ਤਰ੍ਹਾਂ ਗੁਰੂ ਕੇ ਸਿੰਘ ਮੁਕਾਬਲਾ ਕਰਦੇ ਨੇ। ਦੀਨ ਮਜਬ ਇੱਕ ਦੂਜੇ ਗੁਰ ਬੈਰ। ਕਿਉਂਕਿ ਇਹ ਲੜਾਈ ਕਿਸੇ ਦੀ ਆਪਸੀ ਲੜਾਈ ਨਹੀਂ ਸੀ, ਕੋਈ ਰੰਜਿਸ਼ ਨਹੀਂ ਸੀ। ਇਹ ਦੀਨ ਮਜਬ ਦੀ ਲੜਾਈ ਸੀ, ਇਹ ਧਰਮ ਯੁੱਧ ਸੀ। ਧਰਮ ਯੁੱਧ ਕੇ ਚਾਏ, ਗੁਰੂ ਕੇ ਸਿੰਘਾਂ ਨੇ ਧਰਮ ਦੀ ਖਾਤਰ ਜੰਗ ਕੀਤਾ।
ਤੇ ਦੂਸਰਾ ਜਿਸ ਨੇ ਗੁਰੂ ਕੇ ਲਾਲਾਂ ਦਾ ਕਤਲ ਕੀਤਾ ਸੀ, ਖਾਲਸਾ ਜੀ ਗੁਰੂ ਕੇ ਸਾਹਿਬਜ਼ਾਦੇ ਸ਼ਹੀਦ ਹੋਏ, ਉਹਦਾ ਵੀ ਬਦਲਾ ਲੈਣਾ ਸੀ। ਇਸ ਕਰਕੇ ਗੁਰੂ ਕੇ ਸਿੰਘਾਂ ਦੇ ਮਨ ਵਿੱਚ ਇਹ ਵਿਚਾਰ ਸੀ, ਇਹ ਫੁਰਨਾ ਸੀ ਕਿ ਅਸੀਂ ਆਏ ਆ ਤੇ ਧਰਮ ਯੁੱਧ ਦੀ ਚਾਹ ਦੇ ਨਾਲ, ਧਰਮ ਯੁੱਧ ਦੀ ਭਾਵਨਾ ਨਾਲ ਆਏ ਆ, ਪਿੱਠ ਵਿਖਾ ਕੇ ਨਹੀਂ ਭੱਜਾਂਗੇ। ਜੇ ਮਰਨਾ ਵੀ ਪੈ ਗਿਆ ਤੇ ਰਣ ਤੱਤੇ ਦੇ ਵਿੱਚ ਮਰ ਕੇ ਕਲਗੀਆਂ ਵਾਲੇ ਦੀ ਗੋਦ ਵਿੱਚ ਜਾ ਕੇ ਬਵਾਂਗੇ। ਸਿੰਘ ਮਰੇ ਕਰ ਆਗੇ ਪੈਰ, ਕਹਿੰਦੇ ਨੇ ਗੁਰੂ ਕੇ ਖਾਲਸੇ ਅੱਗੇ ਹੋ ਕਰਕੇ ਸ਼ਹੀਦੀਆਂ ਪਾਉਂਦੇ ਨੇ, ਮੌਤ ਤੋਂ ਡਰਦੇ ਨਹੀਂ। ਕੁੰਡਲੀਆ ਛੰਦ ਤੋਪ ਜੰਬੂਰੇ ਰਹਿ ਕਲੇ, ਲਾਗੇ ਚੱਲਣ ਅਨੇਕ। ਖਾਲਸਾ ਜੀ ਇੱਕ ਜੰਬੂਰੇ ਤੋਪ ਹੁੰਦੀ ਹੈ, ਜਿਹੜੀਆਂ ਛੋਟੀਆਂ ਤੋਪਾਂ ਹੁੰਦੀਆਂ ਨੇ। ਪੁਰਾਣੇ ਸਮੇਂ ਦੇ ਵਿੱਚ ਰਾਜਿਆਂ ਨੇ ਆਪਣੀ ਸੈਨਾ ਦੇ ਵਿੱਚ ਵੱਡੀਆਂ ਤੋਪਾਂ ਵੀ ਰੱਖੀਆਂ ਹੁੰਦੀਆਂ ਸੀ ਤੇ ਛੋਟੀਆਂ ਵੀ ਰੱਖੀਆਂ ਹੁੰਦੀਆਂ ਸੀ। ਜਿਹੜੀਆਂ ਛੋਟੀਆਂ ਤੋਪਾਂ ਉਹ ਊਂਠਾਂ ਤੇ ਸਵਾਰ ਹੋ ਜਾਂਦੇ ਸੀ ਛੋਟੀਆਂ ਤੋਪਾਂ ਲੈ ਕੇ, ਜਾਂ ਫਿਰ ਫੌਜ ਦੀ ਟੁਕੜੀ ਦੇ ਵਿੱਚ ਸਭ ਤੋਂ ਅੱਗੇ ਛੋਟੀਆਂ ਫੌਜਾਂ, ਉਹਨਾਂ ਤੋਂ ਮਗਰਲੇ ਬੰਨੇ ਫਿਰ ਵੱਡੀਆਂ ਫੌਜਾਂ ਹੁੰਦੀਆਂ ਸਨ। ਭਾਈ ਸਾਹਿਬ ਕਹਿੰਦੇ ਵੀ ਛੋਟੀਆਂ ਤੋਪਾਂ ਤੇ ਵੱਡੀਆਂ ਤੋਪਾਂ ਦੇ ਗੋਲੇ ਜਿਹੜੀ ਪਠਾਣਾਂ ਦੀ ਫੌਜ ਸੀ ਨਾਲ ਦੀ ਨਾਲ ਛੱਡੀ ਜਾ ਰਹੀ ਸੀ। ਤਬ ਸਿੰਘਨ ਪ੍ਰਿਥਵੀ ਫੜੀ, ਅੱਗਿਓਂ ਟਰਿਓ ਨਾ ਏਕ। ਹੁਣ ਕਹਿੰਦੇ ਉਦੋਂ ਤੋਪਾਂ ਦੇ ਗੋਲੇ ਆ ਰਹੇ ਨੇ, ਛੋਟੀਆਂ ਤੋਪਾਂ ਦੇ ਗੋਲੇ ਆ ਰਹੇ, ਵੱਡੀਆਂ ਤੋਪਾਂ ਦੇ ਗੋਲੇ ਆ ਰਹੇ। ਜਿਹੜੀ ਵੱਡੀ ਨਾਲੀਆਂ ਵਾਲੀਆਂ ਬੰਦੂਕਾਂ ਨੇ, ਬੰਦੂਕਾਂ ਦੀਆਂ ਗੋਲੀਆਂ ਚੱਲ ਰਹੀਆਂ, ਪਰ ਗੁਰੂ ਕੇ ਸਿੰਘ ਭੱਜਦੇ ਨਹੀਂ। ਕਹਿੰਦੇ ਭਾਵੇਂ ਤੋਪਾਂ ਤੇ ਨਹੀਂ, ਬੰਦੂਕਾਂ ਤੇ ਨਹੀਂ, ਗੁਰੂ ਕੀ ਬਾਣੀ ਦੇ ਆਸਰੇ ਉਸ ਧਰਤੀ ਦੇ ਉੱਤੇ ਆਪਣੇ ਪੈਰ ਜਮਾ ਕਰਕੇ ਖੜ ਜਾਂਦੇ ਨੇ ਤੇ ਗੁਰੂ ਕੇ ਖਾਲਸੇ ਮੋਰਚਾ ਬੰਦੀ ਕਰਦੇ ਨੇ। ਅੱਗਿਓਂ ਟਰਿਓ ਨਾ ਏਕ ਆਨ, ਜਬ ਗਾੜ ਸੋ ਪਰਿਓ। ਕਹਿੰਦੇ ਇੱਕ ਵੀ ਸਿੰਘ ਪਿਛਾਂਹ ਨੂੰ ਨਹੀਂ ਭੱਜਦਾ, ਬਲਕਿ ਤੋਪ ਦੇ ਗੋਲੇ ਦਾ ਮੁਕਾਬਲਾ ਕਰਦਾ ਤੇ ਗੁਰੂ ਕੇ ਖਾਲਸਿਆਂ ਨੇ ਆਪਣੀਆਂ ਛਾਤੀਆਂ ਦੇ ਵਿੱਚ ਤੋਪਾਂ ਦੇ ਗੋਲੇ ਖਾਦੇ। ਤੁਰਕਨ ਫਿਰ ਗਿਓ ਪੈਰ, ਸਿੰਘਨ ਨੇ ਆਗੇ ਕਰਿਓ। ਖਾਲਸਾ ਜੀ ਇਧਰੋਂ ਗੁਰੂ ਕੇ ਸਿੰਘ ਤੋਪਾਂ ਦੇ ਗੋਲਿਆਂ ਦਾ ਮੁਕਾਬਲਾ ਕਰਦੇ ਆ, ਉਧਰੋਂ ਤੁਰਕਾਂ ਦੀ ਫੌਜ, ਪਠਾਣਾਂ ਦੀ ਫੌਜ ਤੋਪਾਂ ਵਾਰ ਰਹੀ ਆ। ਪਰ ਖਾਲਸਾ ਜੀ ਕਹਿੰਦੇ ਤੋਪਾਂ ਦਾ ਮੁਕਾਬਲਾ ਕਰਦੇ ਕਰਦੇ ਸਿੰਘ ਪਿੱਛੇ ਨਹੀਂ ਹੁੰਦੇ, ਅਗਾਂਹ ਨੂੰ ਜਾਂਦੇ ਨੇ। ਅਗਾਂਹ ਜਾਂਦੇ ਜਾਂਦੇ ਪਠਾਣਾਂ ਦੀ ਫੌਜ ਕੋਲ ਪਹੁੰਚਦੇ ਆ। ਜਿਨ੍ਹਾਂ ਕੋਲ ਤੋਪਾਂ ਨੇ ਉਹ ਪਿਛਾਂਹ ਨੂੰ ਭੱਜ ਰਹੇ ਨੇ ਤੇ ਜਿਨ੍ਹਾਂ ਕੋਲ ਤੋਪਾਂ ਨਹੀਂ ਉਹ ਤੋਪਾਂ ਵਾਲਿਆਂ ਨੂੰ ਅਗਾਂਹ ਲਗਾ ਕੇ ਭਜਾ ਰਹੇ ਨੇ। ਸਿੰਘ ਲਗੇ ਉਹਾਤ ਕਣੇ, ਤਉ ਖਾਲਸੇ ਆਇਓ। ਤੇ ਖਾਲਸਾ ਜੀ ਉੱਥੇ ਵੱਡੀ ਗਿਣਤੀ ਦੇ ਵਿੱਚ ਯੁੱਧ ਮਚਿਆ, ਵੱਡੀ ਗਿਣਤੀ ਦੇ ਵਿੱਚ ਗੁਰੂ ਕੇ ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਪਾਈਆਂ। ਖਾਲਸੇ ਹੱਲਾ ਤਬ ਕੀਓ, ਛੱਡ ਗਏ ਘੋੜੇ ਤੁਰਕ ਤੋਪ। ਤੇ ਜਦੋਂ ਉਹ ਤੋਪਾਂ ਦੇ ਗੋਲੇ ਚਲਾਉਂਦੇ ਕਹਿੰਦੇ ਬਹੁਤ ਰੌਲਾ ਹੁੰਦਾ ਹੈ, ਧੂਆਂ ਧਾਰ ਹੋ ਜਾਂਦਾ ਹੈ। ਤੋਪਾਂ ਦੇ ਗੋਲੇ ਜਦੋਂ ਚੱਲਦੇ ਨੇ ਤੇ ਬਰੂਦ ਦੇ ਧੂਏ ਦੇ ਨਾਲ ਆਕਾਸ਼ ਦੇ ਵਿੱਚ ਇਸ ਤਰ੍ਹਾਂ ਲੱਗਦਾ ਜਿਵੇਂ ਰਾਤ ਹੋ ਗਈ ਹੋਵੇ। ਤੇ ਜਦੋਂ ਤੋਪਾਂ ਦਾ ਸ਼ੋਰ ਮੱਚਦਾ ਹੈ, ਇਧਰੋਂ ਗੁਰੂ ਕੇ ਖਾਲਸੇ ਅਕਾਲ ਅਕਾਲ ਗੁਰਬਰ ਅਕਾਲ ਦਾ ਜਕਾਰਾ ਗਜਾਉਂਦੇ ਨੇ। ਗੁਰੂ ਕੇ ਸਿੰਘ ਜਕਾਰਾ ਜਦੋਂ ਗਜਾਉਂਦੇ ਨੇ, ਸਿੰਘਾਂ ਦੇ ਜਕਾਰੇ ਦੀ ਆਵਾਜ਼ ਸੁਣ ਕਰਕੇ ਪਠਾਣਾਂ ਦੀ ਫੌਜ ਉੱਥੇ ਹੀ ਘੋੜੇ ਛੱਡ ਕੇ, ਤੋਪਾਂ ਛੱਡ ਕੇ ਆਪਣੇ ਘਰਾਂ ਨੂੰ ਭੱਜਦੀ ਹੈ, ਕਿਉਂਕਿ ਜਕਾਰਿਆਂ ਦੀ ਆਵਾਜ਼ ਇਸ ਤਰ੍ਹਾਂ ਆਉਂਦੀ ਹੈ ਜਿਵੇਂ ਜੰਗਲ ਦੇ ਵਿੱਚ ਕੋਈ ਬੱਬਰ ਸ਼ੇਰ ਗਰਜ ਰਿਹਾ ਹੋਵੇ। ਖਵਾਜ ਖਿਦਰ ਸੁਨ ਆਏ ਸੋ ਪਿਓ। ਤੇ ਜਦੋਂ ਵੇਖਿਆ ਖਵਾਜਾ ਖਿਜਰ ਨੇ ਵੀ ਫੌਜਾਂ ਘੋੜੇ ਛੱਡ ਕੇ, ਤੋਪਾਂ ਛੱਡ ਕੇ, ਬੰਦੂਕਾਂ ਛੱਡ ਕੇ ਪਿਛਾਂਹ ਨੂੰ ਭੱਜ ਰਹੀ ਹੈ, ਕੇਵਲ ਉਹਨਾਂ ਦੀ ਆਵਾਜ਼ ਦਾ ਹੀ ਇੰਨਾ ਦਬਦਬਾ ਹੈ ਗੁਰੂ ਕੇ ਖਾਲਸਿਆਂ ਦਾ। ਕਹਿੰਦੇ ਖਵਾਜਾ ਖਿਜਰ ਕਹਿਣ ਲੱਗਾ ਕਿ ਹੁਣ ਮੈਂ ਜਾ ਕੇ ਜੰਗ ਦੇ ਮੈਦਾਨ ਵਿੱਚ ਜੂਝਾਂਗਾ। ਉਨ ਸਿੰਘਨ ਮੁਕਿਆਨ ਫਿਰਿਓ। ਤੇ ਖਾਲਸਾ ਜੀ ਜਦੋਂ ਆਇਆ ਗੁਰੂ ਕੇ ਸਿੰਘਾਂ ਦੇ ਕੋਲ ਆਇਆ ਤੇ ਬੜੇ ਚਾਅ ਦੇ ਨਾਲ ਵੀ ਜਾ ਕੇ ਗੁਰੂ ਕੇ ਸਿੰਘਾਂ ਨੂੰ ਪਕੜ ਲਾਂਗਾ। ਪਰ ਜਦੋਂ ਗੁਰੂ ਖਾਲਸਿਆਂ ਦੇ, ਗੁਰੂ ਕੇ ਸਿੰਘਾਂ ਦੇ, ਸ਼ਸਤਰ ਧਾਰੀ ਸਿੰਘਾਂ ਦੇ ਖਾਲਸਾ ਜੀ ਪ੍ਰਤਾਪੀ ਚਿਹਰੇ ਵੇਖੇ, ਕਹਿੰਦੇ ਉੱਥੇ ਹੀ ਠੱਲ ਪੈ ਗਈ। ਤਬੇ ਖਾਲਸੇ ਬਾਤ ਵਿਚਾਰੀ। ਹੁਣ ਖਾਲਸਿਆਂ ਨੇ, ਗੁਰੂ ਕੇ ਸਿੰਘਾਂ ਨੇ ਆਪਸ ਵਿੱਚ ਵਿਚਾਰ ਕੀਤੀ। ਨਟ ਕਰ ਬਚੇ ਕਬ ਫੌਜ ਹਮਾਰੀ। ਕਹਿਣ ਲੱਗੇ ਵੀ ਭੱਜ ਕੇ ਤੇ ਨਹੀਂ ਬਚਿਆ ਜਾਣਾ, ਸਿੰਘ ਸੋ ਬੈਠ ਉਹਾਂ ਹੀ ਰਹੇ। ਇਸ ਕਰਕੇ ਇੱਥੇ ਹੀ ਮੋਰਚਾ ਬੰਦੀ ਲਾ ਦਿਓ, ਮੋਰਚੇ ਗੜ ਲਓ। ਪਠਾਣਾ ਤੋਂ ਭੱਜ ਕੇ ਤੇ ਨਹੀਂ ਬਚਿਆ ਜਾਣਾ,
ਪਿੱਠ ਨਹੀਂ ਵਿਖਾਉਣੀ, ਬਲਕਿ ਇੱਥੇ ਮੋਰਚੇ ਲਾ ਕਰਕੇ ਇਹਨਾਂ ਦਾ ਛਾਤੀਆਂ ਨਾਲ ਮੁਕਾਬਲਾ ਕਰੋ। ਜਨਕ ਬੈਠ ਕਰ ਡੇਰੋ ਬਹੇ। ਤੇ ਖਾਲਸਾ ਜੀ ਉੱਥੇ ਹੀ ਗੁਰੂ ਕੇ ਖਾਲਸਿਆਂ ਨੇ ਡੇਰਾ ਲਾ ਲਿਆ। ਉਹ ਤੋਪਾਂ ਵੀ ਚਲਾ ਰਹੇ ਆ, ਪਰ ਗੁਰੂ ਕੇ ਸਿੰਘ ਗੋਲੇ ਵੇਖ ਕੇ ਵੀ ਨਹੀਂ ਭੱਜਦੇ। ਬਹੁਤ ਜ਼ੋਰ ਤੈਂ ਕੀਓ ਪਠਾਨਣ। ਖਵਾਜਾ ਖਿਜਰ ਨੇ ਬੜਾ ਜ਼ੋਰ ਲਾਇਆ, ਬੜੀਆਂ ਤੋਪਾਂ ਚਲਾਈਆਂ, ਬੜੀਆਂ ਗੋਲੀਆਂ ਚਲਾਈਆਂ, ਪਰ ਸਿੰਘਾਂ ਉੱਤੇ ਕਿਸੇ ਦਾ ਵੀ ਅਸਰ ਨਹੀਂ ਪਿਆ। ਸਿੰਘਨ ਪਕੜਿਓ ਖੂਬ ਮਦਾਨਨ। ਕਹਿੰਦੇ ਜੰਗ ਦਾ ਮੈਦਾਨ ਗੁਰੂ ਕੇ ਸਿੰਘਾਂ ਨੇ ਖੂਬ ਪਕੜ ਲਿਆ, ਕਿਉਂਕਿ ਇਹਨਾਂ ਕੋਲ ਬਾਣੀ ਦਾ ਜਾਪ ਸੀ। ਕਹਿੰਦੇ ਗੁਰੂ ਕੇ ਖਾਲਸੇ ਜਦੋਂ ਜੰਗ ਦੇ ਮੈਦਾਨ ਵਿੱਚ ਜਾਂਦੇ ਸੀ ਨਾ, ਤੇ ਨਾਲ ਨਾਲ ਖਾਲਸਾ ਜੀ ਜਾਪ ਸਾਹਿਬ ਪੜਨ ਲੱਗ ਜਾਂਦੇ ਸੀ। ਜਦੋਂ ਜੰਗ ਦੇ ਮੈਦਾਨ ਵਿੱਚ ਜੂਝਦੇ ਸੀ, ਨਾਲ ਹੀ ਪੜਨ ਲੱਗ ਜਾਂਦੇ ਸੀ, ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ। ਜਦੋਂ ਤੋਪਾਂ ਦੇ ਗੋਲੇ ਵੇਖਦੇ ਸੀ, ਨਾਲ ਹੀ ਪੜਨ ਲੱਗ ਜਾਂਦੇ ਸੀ, ਜੈ ਜੈ ਜਗ ਕਾਰਨ ਸਿਸ਼ਟ ਉਬਾਰਨ ਮਮ ਪ੍ਰਿਤ ਪਾਰਨ ਜੈ ਤੇਗੰ ਜੈ ਤੇਗੰ ਜੈ ਤੇਗੰ। ਇਸ ਤਰ੍ਹਾਂ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਜਾਪ ਕਰਦੇ ਕਰਦੇ ਵੀ ਗੁਰੂ ਕੇ ਸਿੰਘ ਤੋਪਾਂ ਦਾ ਮੁਕਾਬਲਾ ਕਰਦੇ ਰਹੇ। ਦੋਹਰਾ ਸਿੰਘ ਲੰਮੇ ਪੈ ਰਹੇ ਕਹੇ ਪੜੇ ਕਬਰਾਤ। ਤੇ ਗੁਰੂ ਕੇ ਸਿੰਘ ਬਾਣੀ ਪੜਦੇ ਪੜਦੇ ਕਹਿੰਦੇ ਤੋਪਾਂ ਦੇ ਗੋਲਿਆਂ ਤੋਂ ਬਚਾਅ ਕਰਨ ਵਾਸਤੇ ਮੋਰਚੇ ਕਰਦੇ। ਜਦੋਂ ਤੋਪਾਂ ਨਜ਼ਦੀਕ ਕੀਤੀਆਂ ਤੇ ਗੁਰੂ ਕੇ ਖਾਲਸੇ ਜ਼ਮੀਨ ਦੇ ਉੱਤੇ, ਧਰਤੀ ਦੇ ਉੱਤੇ ਲੰਮੇ ਪੈ ਗਏ। ਤੁਰਕ ਕਹੇ ਹੋਤ ਦਿਨੇ ਕੈ ਕਰੀਏ ਸਿੰਘਣ ਘਾਤ। ਤੇ ਉਹ ਉਧਰੋਂ ਰਾਤ ਹੋਣ ਲੱਗ ਪਈ ਤੇ ਪਠਾਣਾ ਦੀ ਫੌਜ ਕਹਿੰਦੀ ਹੈ ਵੀ ਕਦੋਂ ਦਿਨ ਚੜ੍ਹੇਗਾ ਤੇ ਸਿੰਘਾਂ ਦਾ ਖਾਤਮਾ ਕਰਾਂਗੇ। ਤੋ ਪਈ ਤੋ ਕਿਛ ਟੁਕਿਓ ਦਿਖਿਓ ਦਿਨ ਨੇੜੇ। ਤੇ ਖਾਲਸਾ ਜੀ ਸੂਰਜ ਢਲਦਾ ਢਲਦਾ ਢਲ ਗਿਆ, ਸ਼ਾਮਾਂ ਪੈ ਗਈਆਂ। ਤੁਰਕ ਕਹੇ ਸਿੰਘ ਮਰੇ ਨ ਘੇਰੇ। ਤੇ ਤੁਰਕ ਆਪਸ ਵਿੱਚ ਕਹਿੰਦੇ ਨੇ ਵੀ ਹੁਣ ਰਾਤ ਹੋਣ ਲੱਗੀ ਹੈ, ਤੇ ਰਾਤ ਨੂੰ ਤੇ ਇਹ ਗੁਰੂ ਕੇ ਸਿੰਘ ਹੋਰ ਚੁਕੰਨੇ ਹੋ ਜਾਂਦੇ ਨੇ, ਇਹਨਾਂ ਵਿੱਚ ਹੋਰ ਫੁਰਤੀ ਆ ਜਾਂਦੀ ਹੈ, ਤੇ ਅਸੀਂ ਥੱਕ ਟੁੱਟ ਗਏ ਆ। ਇਸ ਕਰਕੇ ਹੁਣ ਇਹਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਹੋਵੇਗਾ। ਦਾਰੂ ਸਿੱਕੇ ਇਨ ਮੁੱਕ ਗਿਓ। ਪਰ ਉਧਰੋਂ ਗੁਰੂ ਕੇ ਸਿੰਘਾਂ ਦਾ ਦਾਰੂ ਸਿੱਕਾ ਵੀ ਮੁੱਕ ਗਿਆ ਸੀ, ਬਰੂਦ ਵੀ ਮੁੱਕ ਗਿਆ ਸੀ, ਕਿਉਂਕਿ ਹਥਿਆਰ ਬਹੁਤੀ ਗਿਣਤੀ ਵਿੱਚ ਸਿੰਘਾਂ ਕੋਲ ਨਹੀਂ ਸਨ। ਭੁੱਖ ਪਿਆਸੋ ਇਨ ਬਲ ਗਿਓ। ਤੇ ਤੁਰਕ ਸੋਚਦੇ ਆ ਇਹਨਾਂ ਦਾ ਦਾਰੂ ਸਿੱਕਾ ਵੀ ਮੁੱਕਿਆ, ਗੋਲੀਆਂ ਵੀ ਮੁੱਕੀਆਂ, ਬਰੂਦ ਵੀ ਮੁੱਕਿਆ, ਤੇ ਇਹ ਭੁੱਖੇ ਪਿਆਸੇ ਵੀ ਨੇ, ਇਹਨਾਂ ਕੋਲ ਤੇ ਖਾਣ ਦਾ ਪ੍ਰਬੰਧ ਵੀ ਕੋਈ ਨਹੀਂ। ਇਸ ਕਰਕੇ ਥੱਕ ਗਏ ਹੋਣਗੇ। ਕਰੋ ਹੱਲਾ ਇਨ ਲਈਏ ਮਾਰ। ਤੇ ਫਿਰ ਪਠਾਣਾ ਦੀ ਫੌਜ ਕਹਿੰਦੀ ਹੈ ਵੀ ਹੁਣ ਭੁੱਖੇ ਹੋਣਗੇ, ਇਹਨਾਂ ਤੇ ਹੁਣੇ ਹੀ ਹੱਲਾ ਕਰ ਦਿਓ। ਮਲੇਰੀਅਨ ਨੇ ਯਮ ਕਰੀ ਵਿਚਾਰ। ਇਸ ਤਰ੍ਹਾਂ ਮਲੇਰ ਕੋਟਲੇ ਦੀ ਫੌਜ ਨੇ, ਪਠਾਣਾ ਦੀ ਫੌਜ ਨੇ ਵਿਚਾਰ ਕਰ ਲਈ। ਮੋਰੇ ਭਿਓ ਅਖਵਾਜ ਮਰਦੂਦ। ਤੇ ਖਾਲਸਾ ਜੀ ਖਵਾਜਾ ਖਿਜਰ ਕਹਿੰਦੇ ਆਪਣੇ ਆਪ ਦੇ ਵਿੱਚ ਬੜਾ ਸੂਰਮਾ ਮਰਦ ਕਹਿਲਾਉਂਦਾ ਸੀ। ਕਹਿਣ ਲੱਗਾ ਫੌਜਾਂ ਨੂੰ ਕਿ ਹੁਣ ਮੈਂ ਅੱਗੇ ਹੋ ਕਰਕੇ ਇਹਨਾਂ ਸਿੰਘਾਂ ਦਾ ਮੁਕਾਬਲਾ ਕਰਾਂਗਾ। ਆਏ ਓਏ ਉੱਪਰ ਖਾਲਸੇ ਜੂਦ। ਤੇ ਕਹਿੰਦੇ ਖਾਲਸੇ ਦੇ ਉੱਤੇ ਬੜਾ ਚੜ ਕੇ ਧਾਵਾ ਇਸ ਖਵਾਜਾ ਖਿਜਰ ਨੇ ਉਸ ਜੰਗ ਦੇ ਮੈਦਾਨ ਵਿੱਚ ਬੋਲਿਆ। ਇੱਕ ਇੱਕ ਦੋ ਦੋ ਗੋਲੀ ਥੀ ਰਹੀ। ਤੇ ਗੁਰੂ ਕਿਆਂ ਸਿੰਘਾਂ ਦੇ ਕੋਲ ਇੱਕ ਇੱਕ ਜਾਂ ਦੋ ਦੋ ਗੋਲੀਆਂ ਹੀ ਰਹਿ ਗਈਆਂ। ਉਹਨਾਂ ਦੇ ਨਾਲ ਹੀ ਗੁਰੂ ਕੇ ਖਾਲਸੇ ਮੁਕਾਬਲਾ ਕਰਨ ਲੱਗੇ। ਸੋ ਸਿੰਘਨ ਦਾਗੇ ਦਈ। ਕਹਿੰਦੇ ਗੁਰੂ ਕੇ ਖਾਲਸਿਆਂ ਜਦੋਂ ਵੇਖਿਆ ਵੀ ਖਵਾਜਾ ਖਿਜਰ ਪਠਾਣਾ ਦੀ ਫੌਜ ਲੈ ਕਰਕੇ ਹਜੇ ਵੀ ਨਹੀਂ ਮੁੜਿਆ, ਫਿਰ ਧਾਵਾ ਬੋਲ ਦਿੱਤਾ। ਸ਼ਾਮਾਂ ਪੈ ਗਈਆਂ ਪਰ ਫਿਰ ਵੀ ਟਲਿਆ ਨਹੀਂ। ਕਹਿੰਦੇ ਖਾਲਸਿਆਂ ਕੋਲ ਜਿਹੜੀ ਇੱਕ ਇੱਕ ਗੋਲੀ ਸੀ, ਉਹਨਾਂ ਨੇ ਉਹਦੀ ਫਾਇਰ ਸ਼ੁਰੂ ਕਰ ਦਿੱਤੇ। ਅਖਵਾਜ ਸੀਸ ਇੱਕ ਲੱਗ ਗਈ ਪਈ ਕਾਰੀ। ਕਹਿੰਦੇ ਇੱਕੋ ਗੋਲੀ ਚਲਾਈ ਤੇ ਗੋਲੀ ਦਾ ਨਿਸ਼ਾਨਾ ਸਿੱਧਾ ਖਵਾਜਾ ਖਿਜਰ ਦੇ ਸਿਰ ਦੇ ਵਿੱਚ ਜਾ ਕੇ ਵੱਜਿਆ। ਤੇ ਕਹਿੰਦੇ ਇੱਕੋ ਗੋਲੀ ਨੇ ਖਵਾਜਾ ਖਿਜਰ ਨੂੰ ਢਹਿ ਢੇਰੀ ਕਰ ਦਿੱਤਾ। ਕਹਿ ਗਿਓ ਤੁਰਤ ਸੋ ਭੂਮ ਮਝਾਰੀ। ਕਹਿੰਦੇ ਜਿਸ ਤਰ੍ਹਾਂ ਥੰਮ ਧਰਤੀ ਤੇ ਗਿਰਦਾ ਜਦੋਂ ਖਵਾਜਾ ਖਿਜਰ ਦੇ ਮੱਥੇ ਵਿੱਚ ਜਾ ਕੇ ਗੋਲੀ ਵੱਜੀ, ਕਹਿੰਦੇ ਥੰਮ ਦੀ ਤਰ੍ਹਾਂ ਖਵਾਜਾ ਖਿਜਰ ਧਰਤੀ ਤੇ ਗਿਰ ਗਿਆ। ਮੋਇਓ ਖਵਾਜ ਜੋ ਗੁਰ ਕਹਿਓ ਮਰਦੂਦ। ਖਾਲਸਾ ਜੀ ਜਿਹੜਾ ਆਪਣੇ ਆਪ ਨੂੰ ਬੜਾ ਮਰਦ ਖਵਾਉਂਦਾ ਸੀਗਾ, ਕਹਿੰਦੇ ਸਿੰਘਾਂ ਦੀ ਇੱਕ ਗੋਲੀ ਨਹੀਂ, ਉਸ ਨੂੰ ਢਹਿ ਢੇਰੀ ਕਰ ਦਿੱਤਾ। ਮਲੇਰੀਅਨ ਮੈਥੋਂ ਬੜੇ ਗਰੂਦ। ਮਲੇਰ ਕੋਟਲੇ ਦੀ ਫੌਜ ਦੇ ਵਿੱਚ ਬੜਾ ਹੰਕਾਰ ਸੀਗਾ ਇਹਨੂੰ।
ਕਿਉਂਕਿ ਕੋਈ ਵੀ ਵੱਡਾ ਜਰਨੈਲ ਇਸ ਨੂੰ ਹਰਾ ਨਹੀਂ ਸੀ ਸਕਦਾ, ਪਰ ਸਿੰਘਾਂ ਦਾ ਮੁਕਾਬਲਾ ਇੱਕ ਪਲ ਵੀ ਨਹੀਂ ਕਰ ਸਕਿਆ। ਇਸ ਕੋ ਚੁੱਕਣ ਆਏ ਉਸ ਭਾਈ। ਹੁਣ ਜਦੋਂ ਖਵਾਜਾ ਖਿਜਰ ਮਾਰਿਆ ਗਿਆ ਖਾਲਸਾ ਜੀ, ਤਾਂ ਉਹਦੇ ਭਰਾ ਉਹਦੀ ਲੋਥ, ਉਹਦੀ ਲਾਸ਼ ਚੱਕਣ ਵਾਸਤੇ ਆਏ, ਉਹਦੇ ਸਿਪਾਹੀ ਵੀ ਆਏ ਵੀ ਇਹਦੀ ਲਾਸ਼ ਨੂੰ ਚੁੱਕ ਕੇ ਲੈ ਜਾਈਏ। ਹੁਣ ਦੋਏ ਨ ਪੀ ਜਾਨ ਗਵਾਈ। ਪਰ ਜਿਹੜੇ ਦੋਵੇਂ ਭਰਾ ਆਏ ਖਵਾਜਾ ਖਿਜਰ ਦੀ ਲੋਥ ਨੂੰ ਚੁੱਕਣ ਵਾਸਤੇ, ਕਹਿੰਦੇ ਉਹ ਵੀ ਸਿੰਘਾਂ ਦੇ ਸਾਹਮਣੇ ਹਾਰ ਗਏ, ਉਹ ਵੀ ਆਪਣੀ ਜਾਨ ਗਵਾ ਕੇ ਬੈਠ ਗਏ। ਸ਼ੇਰ ਮੁਹੰਮਦ ਸੁਣ ਕਰ ਆਇਆ। ਤੇ ਜਿਹੜਾ ਸ਼ੇਰ ਮੁਹੰਮਦ ਹੈ, ਇਹਨੇ ਜਦੋਂ ਸੁਣਿਆ ਵੀ ਖਵਾਜਾ ਖਿਜਰ ਮਾਰਿਆ ਗਿਆ, ਦੋਵੇਂ ਭਰਾ ਮਾਰੇ ਗਏ, ਇਹ ਵੀ ਫਿਰ ਜੰਗ ਦੇ ਮੈਦਾਨ ਵਿੱਚ ਅੱਗੇ ਹੋ ਕਰਕੇ ਜੂਝਣ ਲਈ ਆਇਆ। ਹੋਏ ਕਰ ਜ਼ਖਮੀ ਪਿੱਛੇ ਧਾਇਆ। ਪਰ ਖਾਲਸਾ ਜੀ ਕਹਿੰਦੇ ਗੁਰੂ ਕੇ ਖਾਲਸਿਆਂ ਕੋਲ ਭਾਵੇਂ ਗੋਲੀਆਂ ਥੋੜੀਆਂ ਸੀ, ਪਰ ਕਹਿੰਦੇ ਸਿੰਘ ਇੱਕ ਹੀ, ਜਿੱਥੇ ਵੀ ਨਿਸ਼ਾਨਾ ਬਣਦੇ ਸੀ ਨਾ, ਸਿੰਘਾਂ ਦਾ ਨਿਸ਼ਾਨਾ ਉੱਥੇ ਜਾ ਕੇ ਲੱਗਦਾ ਸੀ। ਕਹਿੰਦੇ ਸ਼ੇਰ ਮੁਹੰਮਦ ਨਾਲ ਨਿਸ਼ਾਨਾ ਬੰਨਿਆ ਤੇ ਸ਼ੇਰ ਮੁਹੰਮਦ ਵੀ ਜ਼ਖਮੀ ਹੋ ਗਿਆ ਤੇ ਪਿਛਾਂ ਨੂੰ ਭੱਜਣ ਲੱਗਾ। ਚੂਲਣਾ ਸੰਦ ਬਚੇ ਹੋਏ ਕਮਹਮਦੋ ਸ਼ੇਰ ਉਹੀ, ਜਿਸ ਹਾ ਦਾ ਨਾਰਾ ਮਾਰਿਆ ਸਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਨ੍ਹਾਂ ਸਾਰਿਆਂ ਵਿੱਚੋਂ ਖਵਾਜਾ ਖਿਜਰ ਮਾਰਿਆ ਗਿਆ, ਕਹਿੰਦੇ ਇਹਦੇ ਦੋਵੇਂ ਭਰਾ ਮਾਰੇ ਗਏ, ਪਰ ਸ਼ੇਰ ਮੁਹੰਮਦ ਖਾਂ ਬਚ ਗਿਆ। ਉਹ ਬਚਿਆ ਤਾਂ ਕਿਉਂਕਿ ਉਹਨੇ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਹਾ ਦਾ ਨਾਰਾ ਮਾਰਿਆ ਸੀ ਕਿ ਇਨ੍ਹਾਂ ਗੁਰੂ ਕੇ ਲਾਲਾਂ ਦਾ, ਗੁਰੂ ਕੇ ਬੱਚਿਆਂ ਦਾ ਕਸੂਰ ਕੋਈ ਨਹੀਂ। ਜੇ ਮੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਮਾਰਿਆ ਤੇ ਮੈਂ ਸ਼ਸਤਰ ਪਕੜ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਗੁਰੂ ਗੋਬਿੰਦ ਸਿੰਘ ਤੋਂ ਜੰਗ ਦੇ ਮੈਦਾਨ ਵਿੱਚ ਲਵਾਂਗਾ। ਵਜੀਦ ਖਾਂ, ਇਹਨਾਂ ਬੱਚਿਆਂ ਦਾ ਕਸੂਰ ਕੋਈ ਨਹੀਂ ਤੇ ਸ਼ਰਅ ਦੇ ਕਾਨੂੰਨ ਮੁਤਾਬਕ, ਕੁਰਾਨ ਦੇ ਮੁਤਾਬਕ ਨਿਰਦਈ ਬੱਚਿਆਂ ਦੇ ਉੱਤੇ ਨਿਰਦਈ ਢੰਗ ਦੇ ਨਾਲ ਤਸੀਹੇ ਕਰਨ ਵਾਲੇ ਨੂੰ ਬੜਾ ਵੱਡਾ ਪਾਪੀ ਕਿਹਾ ਜਾਂਦਾ ਹੈ, ਇਹਨਾਂ ਨੂੰ ਤੂੰ ਛੱਡ ਦੇ। ਉੱਥੇ ਹਾ ਦਾ ਨਾਰਾ ਮਾਰ ਕੇ ਸ਼ੇਰ ਮੁਹੰਮਦ ਖਾਂ ਸੂਬੇ ਸਰਹੰਦ ਦੀ ਕਚਹਿਰੀ ਤੋਂ ਬਾਹਰ ਆ ਗਿਆ ਸੀ। ਭਾਈ ਰਤਨ ਸਿੰਘ ਭੰਗੂ ਕਹਿੰਦੇ ਉਹਨੇ ਹਾ ਦਾ ਨਾਰਾ ਮਾਰਿਆ ਸੀ, ਇਮਾਨਦਾਰ ਸੀ, ਆਪਣੇ ਦੀਨ ਮਜਹਬ ਵਿੱਚ ਪੱਕਾ ਸੀ, ਇਸ ਕਰਕੇ ਖਾਲਸਾ ਜੀ ਉਹ ਬਚ ਗਿਆ, ਕੇਵਲ ਜ਼ਖਮੀ ਹੋਇਆ। ਵੇਲੇ ਸਾਹਿਬ ਜਾਦਿਆਂ ਦੇ ਕਤਲ ਕੇ, ਸ਼ੀਰ ਖੋਏ ਰੇ ਮੁਖੋਂ ਉਚਾਰਿਆ। ਸ਼ੇਰ ਮੁਹੰਮਦ ਖਾਨ ਨੇ ਆਪਣੇ ਮੁਖ ਤੋਂ ਕੇਵਲ ਉਚਾਰ ਕੇ ਕਿਹਾ ਸੀ ਵੀ ਇਨ੍ਹਾਂ ਬੱਚਿਆਂ ਨੂੰ ਛੱਡ ਦੇ, ਇਨ੍ਹਾਂ ਦਾ ਕੋਈ ਕਸੂਰ ਨਹੀਂ। ਬੁਰਾ ਸੁਣ ਕੇ ਮੁਖੋਂ ਵੀ ਵਾਕ ਕੀਤਾ, ਰਹੀ ਜੜਾਂ ਸੋ ਉਸ ਨੂੰ ਤਾਰਿਆ। ਤੇ ਸ਼ੇਰ ਮੁਹੰਮਦ ਖਾਨ ਦੀ ਇਸ ਗੱਲ ਨੂੰ ਸੁਣ ਕੇ ਨੂਰੇ ਮਾਹੀ ਦੇ ਕੋਲੋਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਸ਼ੇਰ ਮੁਹੰਮਦ ਨੇ ਆਪਣੀ ਜੜ ਬਚਾ ਲਈ, ਉਹਦੀ ਜੜ ਬਚ ਗਈ। ਅੱਜ ਵੀ ਖਾਲਸਾ ਜੀ ਮਲੇਰ ਕੋਟਲੇ ਦੀ ਧਰਤੀ ਤੇ ਗਿਣਤੀ ਵਿੱਚ ਸਭ ਤੋਂ ਵੱਧ ਇਸਲਾਮ ਮਤ ਦੇ ਪੈਰੋਕਾਰ ਨੇ, ਤੇ ਉਹ ਸਾਰੇ ਜਿੱਥੇ ਆਪਣੇ ਮਜਹਬ ਵਿੱਚ ਪੱਕੇ, ਉੱਥੇ ਗੁਰੂ ਘਰ ਤੇ ਵੀ ਉਹਨਾਂ ਦੀ ਬਹੁਤ ਸ਼ਰਧਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਵੀ ਅਦਬ ਸਤਕਾਰ ਉਹ ਦਿਲੋਂ ਕਰਦੇ ਨੇ। ਸੋ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਬਚਨ ਸਨ ਕਿ ਇਹਨੇ ਆਪਣੀ ਜੜ ਬਚਾ ਲਈ ਹੈ, ਇਹਦੀ ਜੜ ਪੱਟੀ ਨਹੀਂ ਗਈ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਕਲਗੀਆਂ ਵਾਲੇ ਦੇ ਬਚਨ ਸੀ, ਇਸ ਕਰਕੇ ਸ਼ੇਰ ਮੁਹੰਮਦ ਖਾਂ ਬਚ ਗਿਆ। ਸੋਈ ਅੱਜ ਤਾਈਂ ਗੁਰੂ ਵਾਕਫੁਰ ਦਾ, ਜੋ ਆਖ ਕੇ ਫੇਰ ਨਾ ਹਾਰਿਆ ਸਾ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਉਹੀ ਬਚਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਤੱਕ ਪ੍ਰਤੱਖ ਵਰਤ ਰਿਹਾ ਹੈ। ਮਲੇਰ ਕੋਟਲੇ ਦੀ ਧਰਤੀ ਤੇ ਜਾ ਕੇ ਕੋਈ ਵੀ ਉਸ ਬਚਨ ਨੂੰ ਪ੍ਰਤੱਖ ਵੇਖ ਸਕਦਾ ਹੈ। ਦੋਹਰਾ ਤਿੰਨ ਕੀ ਲੋਤ ਸੋ ਲੈ ਮੁੜੇ, ਨੱਠੇ ਮਲੇਰੇ ਵੱਲ। ਹੁਣ ਜਿਹੜੇ ਮਾਰੇ ਗਏ ਸਨ ਉਹਨਾਂ ਦੀ ਲੋਥ, ਉਹਨਾਂ ਦੀਆਂ ਲਾਸ਼ਾਂ ਚੁੱਕ ਕਰਕੇ ਸਾਰੇ ਜਿਹੜੇ ਸਿਪਾਹੀ ਬਚੇ ਸੀ ਉਹ ਮਲੇਰ ਕੋਟਲੇ ਦੀ ਧਰਤੀ ਵੱਲ ਵਾਪਸ ਭੱਜੇ। ਤਿੰਨੋਂ ਗੋਰਨ ਮਹਿਗੜੇ, ਮਨ ਭਿਓ ਵਜੀਰੇ ਤਰਥਲ। ਤੇ ਜਦੋਂ ਖਵਾਜਾ ਖਿਜਰ ਤੇ ਹੋਰ ਉਹਦੇ ਦੋ ਭਰਾ ਤੇ ਬਾਕੀ ਪਠਾਣਾ ਦੀ ਫੌਜ ਕਬਰ ਦੇ ਵਿੱਚ ਦਫਨਾਈ ਜਾ ਰਹੀ ਸੀ, ਕਹਿੰਦੇ ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਦੀ ਲਾਸ਼ ਨਹੀਂ ਕਬਰ ਵਿੱਚ ਦਫਨਾਈ ਜਾ ਰਹੀ, ਬਲਕਿ ਵਜੀਦ ਖਾਂ ਦੇ ਇਰਾਦੇ ਕਬਰ ਵਿੱਚ ਦਫਨਾਈ ਜਾ ਰਹੇ ਨੇ। ਵਜੀਦ ਖਾਂ ਦੀ ਆਸ ਕਬਰ ਦੇ ਵਿੱਚ ਦਫਨਾਈ ਜਾ ਰਹੀ ਸੀ। ਵਜੀਦ ਖਾਂ ਦੇ ਮਨ ਵਿੱਚ ਹੋਰ ਵੀ ਡਰ ਆ ਗਿਆ। ਪਈ ਵਜੀਰੇ ਮਨ ਅਤ ਚਿੰਤਾ ਧਾਰੀ। ਕਹਿੰਦੇ ਪਠਾਣਾ ਦੀ ਫੌਜ ਦਾ ਇਹ ਨੁਕਸਾਨ ਵੇਖ ਕਰਕੇ ਵਜੀਦ ਖਾਂ ਹੋਰ ਵੀ ਚਿੰਤਤ ਹੋ
ਹੋ ਗਿਆ, ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਨਜੀਕ ਆਈ ਹਮ ਮਰਨੇ ਵਾਰੀ। ਕਹਿਣ ਲੱਗਾ ਖਵਾਜਾ ਖਿਜਰ ਮਾਰਿਆ ਗਿਆ, ਉਹਦੇ 2 ਭਰਾ ਮਾਰੇ ਗਏ, ਪਠਾਣਾ ਦੀ ਫੌਜ ਮਾਰੀ ਗਈ। ਵਜੀਦ ਖਾਂ ਸੋਚਣ ਲੱਗਾ ਬਸ ਹੁਣ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਦੇ ਬੰਦਾ ਬਹਾਦਰ ਨੇ ਆ ਕੇ ਮੈਨੂੰ ਮਾਰ ਦੇਣਾ ਹੈ, ਕਿਉਂਕਿ ਹੁਣ ਮਰਨ ਦਾ ਵੇਲਾ ਆ ਗਿਆ ਹੈ। ਸਿੰਘ ਕੇ ਦਿਲ ਭਈ ਵਧਾਈ। ਪਰ ਇਧਰੋਂ ਜਦੋਂ ਗੁਰੂ ਕੇ ਖਾਲਸੇ ਜਾ ਕਰਕੇ ਗੁਰੂ ਕੇ ਖਾਲਸਿਆਂ ਨੂੰ ਮਿਲੇ, ਕਹਿੰਦੇ ਜਦੋਂ ਪਤਾ ਲੱਗਾ ਵੀ ਖਾਲਸਿਆਂ ਦੀ ਜਿੱਤ ਹੋਈ ਹੈ, ਹਥਿਆਰ ਨਹੀਂ ਸਨ ਪਰ ਫਿਰ ਵੀ ਗੁਰੂ ਕੇ ਸਿੰਘ ਜਿੱਤ ਗਏ, ਕਹਿੰਦੇ ਮਨ ਵਿੱਚ ਵਧਾਈਆਂ ਆ ਗਈਆਂ, ਭਾਵ ਖੁਸ਼ੀ ਆ ਗਈ। ਤੇ ਗੁਰੂ ਕੇ ਸਿੰਘ ਖੁਸ਼ੀ ਦੇ ਵਿੱਚ ਬਾਣੀ ਪੜ੍ਹਦੇ, ਸਤਿਗੁਰਾਂ ਦਾ ਧੰਨਵਾਦ ਕਰਦੇ ਤੇ ਮਹਾਰਾਜ ਨੂੰ ਕਹਿੰਦੇ ਪਾਤਸ਼ਾਹ ਇਹ ਫਤਿਹ ਸਾਡੀ ਨਹੀਂ, ਇਹ ਫਤਿਹ ਤੁਹਾਡੀ ਬਖਸ਼ੀ ਹੈ। ਸੱਚੇ ਪਾਤਸ਼ਾਹ ਦਾ ਧੰਨਵਾਦ ਕਰਕੇ ਕਹਿੰਦੇ ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰਕੇ ਸਾਡੇ ਬਿਰਦ ਬਾਣੇ ਦੀ ਲਾਜ ਰੱਖਿਓ। ਪਹਿਲੀ ਫਤਿਹ ਖਾਲਸੇ ਆਈ। ਸੋ ਕਹਿੰਦੇ ਇਹ ਪਹਿਲੀ ਫਤਿਹ ਗੁਰੂ ਕੇ ਸਿੰਘਾਂ ਦੇ ਹੱਥ ਆ ਗਈ। ਡੇਰਾ ਸਿੰਘਨ ਉਹਾਂ ਲਗਾਇਓ। ਉਸ ਤੋਂ ਬਾਅਦ ਗੁਰੂ ਕੇ ਖਾਲਸਿਆਂ ਨੇ ਉੱਥੇ ਹੀ ਡੇਰਾ ਲਾ ਲਿਆ। ਸਭ ਸਿੰਘਨ ਨੇ ਭੋਜਨ ਪਾਇਓ। ਤੇ ਜੰਗ ਦੀ ਸਮਾਪਤੀ ਤੋਂ ਬਾਅਦ ਗੁਰੂ ਕੇ ਖਾਲਸੇ ਜਿਹੜੇ ਕਈ ਦਿਨਾਂ ਤੋਂ ਭੁੱਖੇ ਸੀ, ਉੱਥੇ ਫਿਰ ਭੋਜਨ ਤਿਆਰ ਕਰਕੇ, ਲੰਗਰ ਤਿਆਰ ਕਰਕੇ ਸਾਰਿਆਂ ਨੇ ਆਪਸ ਵਿੱਚ ਬੜੇ ਪਿਆਰ ਨਾਲ ਲੰਗਰ ਛਕਿਆ। ਭੋਜਨ ਪਾਏ ਕੀਓ ਫਿਰ ਕੂਚ। ਤੇ ਜਦੋਂ ਭੋਜਨ ਛਕ ਲਿਆ, ਖਾਲਸਾ ਜੀ ਭੋਜਨ ਛਕ ਕਰਕੇ ਗੁਰੂ ਕੇ ਚਰਨਾਂ ਵਿੱਚ ਅਰਦਾਸਾ ਕਰਕੇ ਬੰਦਾ ਸਿੰਘ ਬਹਾਦਰ ਵੱਲ ਕੂਚ ਕਰ ਦਿੱਤਾ। ਬੰਦਾ ਮਿਲਿਓ ਅੱਗੇ ਪਹੁੰਚ। ਤੇ ਜਦੋਂ ਬੰਦਾ ਸਿੰਘ ਬਹਾਦਰ ਕੋਲ ਪਹੁੰਚੇ, ਕਹਿੰਦੇ ਇਧਰੋਂ ਗੁਰੂ ਕੇ ਸਿੰਘ ਆਏ, ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਖੁਦ ਚੱਲ ਕੇ ਅੱਗੇ ਹੋ ਕਰਕੇ ਸਿੰਘਾਂ ਨੂੰ ਜਾ ਕਰਕੇ ਮਿਲਦਾ ਹੈ। ਦੋਹਰਾ ਬੰਦੇ ਪ੍ਰਿਥਮੈ ਸੋ ਕਿਓ ਸਿੰਘਨ ਉੱਚ ਸੁਨਾਏ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬੜੇ ਗਰਜਵੀਂ ਆਵਾਜ਼ ਦੇ ਵਿੱਚ ਫਤਿਹ ਬੁਲਾ ਕਰਕੇ ਗੁਰੂ ਕੇ ਖਾਲਸਿਆਂ ਨੂੰ ਨਮਸਕਾਰਾਂ ਕੀਤੀਆਂ। ਫਤਿਹ ਮਝੈਲ ਸੋ ਲੈ ਲੈਣਗੇ, ਮਲੇਰੀਆ ਨੀ ਉੱਤੇ ਆ ਪਾਏ। ਤੇ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਮੈਨੂੰ ਪਤਾ ਸੀ ਜਿਹੜੇ ਗੁਰੂ ਦੀ ਕਿਰਪਾ ਵਾਲੇ ਮਾਝੇ ਦੇ ਮਝੈਲ ਸਿੰਘ ਨੇ ਉਹ ਮਲੇਰ ਕੋਟਲਿਆਂ ਦੇ ਉੱਤੇ ਫਤਿਹ ਜ਼ਰੂਰ ਪਾਉਣਗੇ। ਇਹ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਹੀ ਗੁਰੂ ਕੇ ਸਿੰਘਾਂ ਨਾਲ ਬਚਨ ਕੀਤਾ ਸੀ। ਤੇ ਬੰਦਾ ਸਿੰਘ ਬਹਾਦਰ ਬੜੀ ਖੁਸ਼ੀ ਨਾਲ ਕਹਿੰਦਾ ਹੈ ਕਿ ਜਿਨ੍ਹਾਂ ਤੇ ਗੁਰੂ ਰਾਮਦਾਸ ਦੀ ਕਿਰਪਾ ਹੋਵੇ ਉਹ ਫੌਜਾਂ ਤੋਂ ਕਦੇ ਹਾਰਦੇ ਨਹੀਂ, ਕਿਉਂਕਿ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਗੁਰੂ ਕਾ ਖਾਲਸਾ ਕਹਿੰਦੇ ਵੱਡੀ ਤਾਕਤ ਦਾ ਮਾਲਕ ਹੋ ਜਾਂਦਾ ਹੈ। ਕਿਉ ਪਈ ਬੰਦੇ ਆਦਰ ਬਹੁ ਮਝੈਲਣ ਕੀਆ। ਮਾਝੇ ਦੇ ਸਿੰਘਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਸਤਿਕਾਰ ਕੀਤਾ। ਬਹੁਤ ਖਰਚ ਸਿੰਘਨ ਕੋ ਦਿਆ। ਕਹਿੰਦੇ ਜਦੋਂ ਗੁਰੂ ਕੇ ਖਾਲਸੇ ਆਏ, ਬੰਦਾ ਸਿੰਘ ਬਹਾਦਰ ਨੇ ਆਪਣੇ ਖੀਸੇ ਵਿੱਚ ਹੱਥ ਪਾ ਕਰਕੇ ਜਿੰਨੀ ਵੀ ਮਾਇਆ ਸੀ ਕਹਿੰਦੇ ਸਿੰਘਾਂ ਦੇ ਵਿੱਚ ਵੰਡ ਦਿੱਤੀ। ਸਿੰਘਨ ਫਤਿਹ ਸੋ ਗੁਰੂ ਬੁਲਾਈ। ਤੇ ਗੁਰੂ ਕੇ ਸਿੰਘਾਂ ਨੇ ਵੀ ਸਾਰੇ ਸਿੰਘਾਂ ਨੂੰ ਜਦੋਂ ਮਿਲੇ ਉੱਚੀ ਜਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਰੇ ਬੁਲੰਦ ਕਰਕੇ ਆਪਸ ਵਿੱਚ ਸਾਰੇ ਇੱਕ ਦੂਸਰੇ ਨੂੰ ਬੜੇ ਪਿਆਰ ਨਾਲ ਮਿਲਦੇ ਨੇ। ਓਏ ਰਾਜੀ ਮਿਲ ਭਾਈ ਅਨੁਜ ਭਾਈ। ਤੇ ਖਾਲਸਾ ਜੀ ਜਦੋਂ ਇੱਕ ਦੂਸਰੇ ਨੂੰ ਵੇਖਦੇ ਕਹਿੰਦੇ ਭਾਵੇਂ ਕਿ ਖੂਨ ਦੇ ਰਿਸ਼ਤੇ ਨਹੀਂ ਪਰ ਗੁਰੂ ਕੇ ਸਿੰਘ ਇੱਕ ਦੂਸਰੇ ਨੂੰ ਮਿਲ ਕੇ ਬੜੇ ਖੁਸ਼ ਹੁੰਦੇ ਨੇ, ਸਕੇ ਭਰਾਵਾਂ ਤੋਂ ਵੀ ਵੱਧ ਖੁਸ਼ ਹੁੰਦੇ ਨੇ ਕਿ ਬੜੇ ਅਰਸੇ ਦੇ ਬਾਅਦ ਮਿਲੇ ਆ। ਕਹਿੰਦੇ ਇਸ ਤਰ੍ਹਾਂ ਰਾਜੀ ਹੋ ਜਾਂਦੀ ਉਹਨਾਂ ਦੀ ਅੰਤਰਾਤਮਾ ਤੋਂ ਖੁਸ਼ੀ ਹੁੰਦੀ ਹੈ ਕਿ ਸਾਨੂੰ ਗੁਰੂ ਕੇ ਸਿੰਘ ਮਿਲੇ ਨੇ। ਇਹ ਪਿਆਰ ਖਾਲਸਾ ਜੀ ਸਿੱਖਾਂ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਵੀ ਸਿੰਘ ਨੂੰ ਮਿਲੇ ਨਾ। ਤੇ ਕਦੇ ਵੀ ਸਿੱਖ ਦੀ ਜ਼ਬਾਨ ਦੇ ਉੱਤੇ ਇਹ ਗੱਲ ਨਹੀਂ ਹੋਣੀ ਚਾਹੀਦੀ ਵੀ ਮੈਂ ਉਹ ਸਿੰਘ ਨੂੰ ਜਾਣਦਾ ਨਹੀਂ ਜਾਂ ਮੈਂ ਉਹ ਸਿੱਖ ਨੂੰ ਜਾਣਦਾ ਨਹੀਂ ਇਸ ਕਰਕੇ ਨਹੀਂ ਮਿਲ ਰਿਹਾ। ਖਾਲਸਾ ਜੀ ਹੋ ਸਕਦਾ ਹੈ ਸੰਸਾਰਕ ਤੌਰ ਤੇ ਅਸੀਂ ਭਾਵੇਂ ਕਿਸੇ ਨੂੰ ਨਾ ਜਾਣਦੇ ਹੋਈਏ ਪਰ ਜਿਨੇ ਸਿਰ ਤੇ ਦਸਤਾਰ ਸਜਾਈ ਹੈ, ਜਿਨੇ ਖੰਡੇ ਦੀ ਪਹੁਲ ਲਈ ਹੈ, ਇਹ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਵੀ ਜਿਨੇ ਵੀ ਦਸਤਾਰ ਸਜਾਈ ਹੈ, ਖੰਡੇ ਦੀ ਪਹੁਲ ਲਈ ਹੈ, ਉਹਦਾ ਵੀ ਪਿਤਾ ਗੁਰੂ ਗੋਬਿੰਦ ਸਿੰਘ ਹੈ ਤੇ ਸਾਡਾ ਵੀ ਪਿਤਾ ਗੁਰੂ ਗੋਬਿੰਦ ਸਿੰਘ ਹੈ। ਉਹਦੀ ਵੀ ਮਾਤਾ ਸਾਹਿਬ ਦੇਵਾ ਹੈ, ਸਾਡੀ ਵੀ ਮਾਤਾ ਸਾਹਿਬ ਦੇਵਾ ਹੈ। ਇਸ ਕਰਕੇ ਸਿੱਖ ਨੂੰ ਭਰਾਵਾਂ ਤੋਂ ਵੀ ਵੱਧ ਪਿਆਰੇ ਹੋਣ। ਕਦੇ ਵੀ ਮਨ ਦੇ ਵਿੱਚ ਕਿਸੇ ਸਿੱਖ ਨੂੰ ਵੇਖ ਕੇ ਈਰਖਾ ਨਾ ਆਵੇ। ਇਹ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ। ਤਾਂ ਹੀ ਕਰਕੇ ਜਦੋਂ ਗੁਰੂ ਕੇ ਖਾਲਸੇ ਇਕੱਠੇ ਹੋ ਕਰਕੇ
ਇੱਕ ਹੋ ਕਰਕੇ ਚੱਲਦੇ ਨੇ ਤੇ ਫਿਰ ਸਤਿਗੁਰਾਂ ਦੀ ਵੀ ਪ੍ਰਸੰਨਤਾ ਹੁੰਦੀ ਹੈ, ਸਤਿਗੁਰਾਂ ਦੀ ਰਹਿਮਤ ਹੁੰਦੀ ਹੈ, ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਹੈ। ਬੰਦੇ ਕੇ ਦਿਲ ਭਿਓ ਉਛਾਏ। ਤੇ ਖਾਲਸਾ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਗੁਰੂ ਕੇ ਖਾਲਸੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਚੁੱਕੇ ਨੇ, ਬੜਾ ਉਤਸ਼ਾਹ ਵੱਧ ਗਿਆ। ਕਿਹੋ ਬੰਦੇ ਕਰੋ ਸਤਿਗੁਰੂ ਕੜਾਹਾ। ਤੇ ਖੁਸ਼ੀ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਣੀ ਪੜ੍ਹੀ ਤੇ ਗੁਰੂ ਕੇ ਸਿੰਘਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਭਾਈ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ੇ ਮਰਿਆਦਾ ਅਨੁਸਾਰ ਕੜਾਹ ਪ੍ਰਸ਼ਾਦ ਤਿਆਰ ਕਰੋ, ਸਮੁੰਦਰ ਤਿਆਰ ਕਰੋ, ਸਮੁੰਦਰ ਤੋਂ ਭਾਵ ਦੁੱਧ ਕਿ ਦੁੱਧ ਗਰਮ ਕਰੋ। ਤੇ ਖਾਲਸਾ ਜੀ ਸਾਰੇ ਸਿੰਘ ਆਪਸ ਵਿੱਚ ਬਾਣੀ ਦੇ ਅਭਿਆਸ ਤੋਂ ਬਾਅਦ ਇਕੱਠਿਆਂ ਬਹਿ ਕਰਕੇ ਦੁੱਧ ਛਕਣ ਲੱਗੇ, ਨਾਲੇ ਕੜਾਹ ਪ੍ਰਸ਼ਾਦ ਦੇ ਗੱਫੇ ਛਕਣ ਲੱਗੇ ਤੇ ਆਪਸ ਦੇ ਵਿੱਚ ਗੁਰੂ ਦੀਆਂ ਗੱਲਾਂ ਕਰਨ ਲੱਗੇ। ਜੋ ਤੁਮਿਓ ਗੁਰ ਹਮ ਫਰਮਾਇਆ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਜੋ ਸਤਿਗੁਰਾਂ ਨੇ ਸਾਨੂੰ ਹੁਕਮ ਦਿੱਤਾ ਹੈ ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਕਰੋ ਸੋਈ ਅਬ ਵਕਤ ਹੈ ਆਇਆ। ਕਿ ਸੂਬੇ ਸਰਹੰਦ ਨੂੰ ਸੋਧਣਾ, ਸਰਹੰਦ ਨੂੰ ਲੁੱਟਣਾ ਉਹ ਸਮਾਂ ਹੁਣ ਆ ਗਿਆ ਹੈ। ਹੁਣ ਜਲਦੀ ਆਪਾਂ ਹੱਲਾ ਬੋਲੀਏ। ਅਬ ਤੋ ਲਈਏ ਵਜ਼ੀਰੇ ਮਾਰ। ਹੁਣ ਚੱਲ ਕਰਕੇ ਵਜੀਦ ਖਾਂ ਦਾ ਸੋਧਾ ਲਾਈਏ ਤੇ ਜੋ ਉਸਨੇ ਨਿਰਦਈ ਢੰਗ ਦੇ ਨਾਲ ਬੇਰਹਿਮੀ ਦੇ ਨਾਲ ਪਾਪ ਕਮਾਇਆ ਉਸ ਪਾਪ ਦੀ ਉਸ ਨੂੰ ਸਜ਼ਾ ਦਈਏ। ਫੇਰ ਕਰਾਂਗੇ ਪਰਬਤਕਾਰ। ਤੇ ਸਰਹੰਦ ਲੁੱਟਣ ਤੋਂ ਬਾਅਦ ਫਿਰ ਪਹਾੜੀ ਰਾਜਿਆਂ ਨਾਲ ਜਾ ਕੇ ਵੀ ਦੋ ਦੋ ਹੱਥ ਕਰਾਂਗੇ। ਸਿੰਘਨ ਲੀਨੀ ਮਨ ਸਲਾਹੇ। ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਵਿਚਾਰ ਰੱਖੀ ਤੇ ਗੁਰੂ ਕੇ ਖਾਲਸਿਆਂ ਦੇ ਅੰਦਰ ਤੇ ਪਹਿਲਾਂ ਹੀ ਚਾਅ ਸੀ, ਉਹ ਤੇ ਪਹਿਲਾਂ ਹੀ ਘਰਾਂ ਤੋਂ ਅਰਦਾਸਾਂ ਕਰਕੇ ਤੁਰੇ ਸੀ ਵੀ ਸਰਹੰਦ ਦੀ ਧਰਤੀ ਥੇ ਕਰਨੀ ਹੈ, ਸੂਬੇ ਸਰਹੰਦ ਦਾ ਸੋਧਾ ਲਾਉਣਾ ਹੈ। ਸੋ ਗੁਰੂ ਕੇ ਖਾਲਸਿਆਂ ਨੇ 7 ਬਚਨ ਕਹਿ ਕਰਕੇ ਇਸ ਗੁਰਮਤੇ ਨੂੰ ਪ੍ਰਵਾਨ ਕਰ ਲਿਆ। ਮਜੈਲਨ ਕੀਓ ਡੇਰਾ ਇਕ ਦਾਏ। ਤੇ ਖਾਲਸਾ ਜੀ ਇੱਕ ਪਾਸੇ ਮਾਝੇ ਦੇ ਸਿੰਘ ਵੱਡੀ ਗਿਣਤੀ ਵਿੱਚ ਆਏ ਸੀ, ਇੱਕ ਪਾਸੇ ਉਹਨਾਂ ਨੇ ਡੇਰਾ ਕੀਤਾ ਤੇ ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਤੇ ਹੋਰ ਜਿਹੜੇ ਨੰਦੇੜ ਦੀ ਧਰਤੀ ਤੋਂ ਗੁਰੂ ਕੇ ਸਿੰਘ ਆਏ ਜਾਂ ਫਿਰ ਮਾਲਵੇ ਦੇ ਸਿੰਘ ਆ ਕਰਕੇ ਮਿਲੇ ਸੀ ਜਾਂ ਫਿਰ ਖਾਲਸਾ ਜੀ ਲੇਹ ਲਦਾਖ ਤੋਂ ਉਸ ਧਰਤੀਆਂ ਤੋਂ ਆ ਕਰਕੇ ਗੁਰੂ ਕੇ ਸਿੰਘ ਮਿਲੇ ਸੀ। ਸਾਰਿਆਂ ਨੇ ਆਪੋ ਆਪਣੇ ਥਾਂ ਤੇ ਡੇਰਾ ਕਰਕੇ ਵਿਸ਼ਰਾਮ ਕੀਤਾ। ਤਬ ਭਿਓ ਪ੍ਰਾਤ ਸੋ ਬੰਦਾ ਚੜਿਆ। ਤੇ ਜਦੋਂ ਸਵੇਰ ਹੋ ਗਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਕੇ ਖਾਲਸਾ ਜੀ ਚੜ੍ਹਾਈ ਕਰ ਦਿੱਤੀ। ਮਾਰ ਛੱਤ ਫਿਰ ਡੇਰਾ ਕਰਾ। ਤੇ ਛੱਤ ਬੀੜ ਨੂੰ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਿਆ ਤੇ ਫਿਰ ਉਸ ਥਾਂ ਤੇ ਜਾ ਕਰਕੇ ਡੇਰਾ ਕੀਤਾ। ਲੁੱਟਿਓ ਸ਼ਹਿਰ ਭੋ ਭੁੱਖ ਮਿਟਾਈ। ਤੇ ਖਾਲਸਾ ਜੀ ਇਹ ਵੀ ਮਰਿਆਦਾ ਸੀ ਵੀ ਜਦੋਂ ਕਿਤੇ ਵੀ ਖਾਲਸਾ ਹੱਲਾ ਬੋਲਦਾ ਸੀ ਜਾਂ ਕਿਸੇ ਧਰਤੀ ਨੂੰ ਫਤਿਹ ਕਰਦਾ ਸੀ ਉਸ ਥਾਂ ਤੇ ਜਾ ਕੇ ਜ਼ੁਲਮ ਨਹੀਂ ਸੀ ਕਰਦਾ, ਉਸ ਥਾਂ ਤੇ ਜਾ ਕਰਕੇ ਖਾਲਸਾ ਲੰਗਰ ਚਲਾ ਦਿੰਦਾ ਸੀ ਗੁਰੂ ਦਾ। ਤੇ ਜਿਨ੍ਹਾਂ ਜਿਨ੍ਹਾਂ ਥਾਵਾਂ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਲੁੱਟਿਆ ਉੱਥੋਂ ਦੀ ਗਰੀਬੀ, ਉੱਥੋਂ ਦੀ ਭੁੱਖ ਦੂਰ ਕਰ ਦਿੱਤੀ। ਭਾਵ ਜੇ ਸਮਾਣੇ ਨੂੰ ਲੁੱਟਿਆ, ਜੇ ਖਾਲਸਾ ਜੀ ਬਨੂੜ ਲੁੱਟਿਆ, ਜੇ ਖਾਲਸਾ ਜੀ ਕੈਥਲ ਲੁੱਟਿਆ ਜਾਂ ਫਿਰ ਹੁਣ ਛੱਤਬੀੜ ਤੇ ਜਾ ਕਰਕੇ ਉੱਥੇ ਖਾਲਸੇ ਨੇ ਮੋਰਚਾ ਗੱਢਿਆ ਤੇ ਜਿਹੜੀਆਂ ਜ਼ਮੀਨਾਂ ਮੁਗਲ ਹਕੂਮਤ ਨੇ ਆਪਣੇ ਹੇਠ ਕੀਤੀਆਂ ਸੀ ਉਹਨਾਂ ਜ਼ਮੀਨਾਂ ਦਾ ਖਾਲਸਾ ਜੀ ਮਾਲਕ ਜ਼ਿਮੀਂਦਾਰਾਂ ਨੂੰ ਬਣਾਇਆ, ਮਲਕੀਅਤ ਦੇ ਦਿੱਤੀ ਜ਼ਿਮੀਂਦਾਰਾਂ ਨੂੰ। ਇਸੇ ਕਰਕੇ ਅੱਜ ਵੀ ਪੰਜਾਬ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਜ਼ਮੀਨਾਂ ਦੇ ਮਾਲਕ ਨੇ, ਪਰ ਉਹ ਮਾਲਕ ਜ਼ਮੀਨਾਂ ਦਾ ਗੁਰੂ ਕੇ ਖਾਲਸੇ ਨੇ, ਗੁਰੂ ਕੇ ਪੰਥ ਨੇ ਬਣਾਇਆ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਵੀ ਥਾਂ ਨੂੰ ਫਤਿਹ ਕੀਤਾ ਹੈ ਸਭ ਤੋਂ ਪਹਿਲਾਂ ਉੱਥੋਂ ਦੇ ਲੋਕਾਂ ਦੀ ਭੁੱਖ ਦੂਰ ਕੀਤੀ, ਉੱਥੋਂ ਦੇ ਲੋਕਾਂ ਦੀ ਗਰੀਬੀ ਦੂਰ ਕੀਤੀ, ਲੋਕਾਂ ਦੀ ਗਰੀਬੀ ਦੂਰ ਕੀਤੀ। ਇਸੇ ਕਰਕੇ ਲੋਕ ਕਹਿੰਦੇ ਸਨ ਵੀ ਸਾਨੂੰ ਖਾਲਸੇ ਦਾ ਰਾਜ ਚਾਹੀਦਾ, ਕਿਉਂਕਿ ਜਦੋਂ ਲੋਕਾਂ ਦੀ ਸੁਣੀ ਜਾਂਦੀ ਹੈ, ਲੋਕਾਂ ਦੀ ਪੁਕਾਰ ਸੁਣੀ ਜਾਂਦੀ ਹੈ ਤੇ ਹਰ ਇੱਕ ਬੰਦੇ ਨੂੰ ਹੱਕ ਹੈ ਆਪਣੀ ਗੱਲ ਕਰਨ ਦਾ, ਹਰ ਇੱਕ ਬੰਦੇ ਨੂੰ ਉਹਦਾ ਹੱਕ ਮਿਲਣਾ ਹੈ। ਜਿਸ ਰਾਜ ਵਿੱਚ ਹਰ ਇੱਕ ਬੰਦੇ ਨੂੰ ਉਹਦਾ ਹੱਕ ਮਿਲੇ ਲੋਕ ਉਸੇ ਦੇ ਰਾਜ ਨੂੰ ਪਸੰਦ ਕਰਦੇ ਨੇ। ਤੇ ਇਸ ਤਰ੍ਹਾਂ ਦਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ। ਖਾਲਸਾ ਪੰਥ ਦੇ ਅੰਦਰ ਸਭ ਤੋਂ ਪਹਿਲਾ ਰਾਜ ਜੇ ਸਥਾਪਿਤ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ।
ਤੇ ਉਸ ਰਾਜ ਦੇ ਵਿੱਚ ਕੋਈ ਭੁੱਖਾ ਨਹੀਂ, ਕੋਈ ਨੰਗਾ ਨਹੀਂ, ਕੋਈ ਗਰੀਬ ਨਹੀਂ। ਉਸ ਰਾਜ ਦੇ ਵਿੱਚ ਕਿਸੇ ਤੇ ਅਤਿਆਚਾਰ ਨਹੀਂ। ਉਸ ਰਾਜ ਦੇ ਵਿੱਚ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਤੇ ਹਰ ਇੱਕ ਵਿਅਕਤੀ ਨੂੰ ਉਹਦਾ ਹੱਕ ਮਿਲ ਰਿਹਾ ਹੈ। ਤੁਰਕ ਕਟੇ ਲਏ ਹਿੰਦੂ ਬਚਾਈ। ਤੇ ਜਿਹੜੇ ਮੁਗਲ ਹਕੂਮਤ ਦੇ ਸਿਪਾਹੀ ਸੀ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਿਆ ਅਤੇ ਖਾਲਸਾ ਜੀ ਜਿਹੜੇ ਗਰੀਬ ਗੁਰਕੇ ਤੇ ਜਾਂ ਫਿਰ ਖਾਲਸਾ ਜੀ ਜਿਹੜੇ ਮਜ਼ਲੂਮ ਜਿਨ੍ਹਾਂ ਤੇ ਅਤਿਆਚਾਰ ਹੁੰਦਾ ਸੀ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬਚਾ ਲਿਆ। ਬੰਦੇ ਡੇਰਾ ਕੂਚ ਕਰ ਅੱਗੇ ਦੀਨੋਂ ਪਾਏ। ਹੁਣ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਰਦਾਸਾ ਸੋਧ ਕਰਕੇ ਛੱਤ ਬੀੜ ਤੋਂ ਅਗਾਂਹ ਨੂੰ ਚਾਲਾ ਪਾ ਦਿੱਤਾ। ਉੱਚੀ ਰੋੜੀ ਦੇਖ ਕੇ ਬੈਠੋ ਆਸਣ ਲਾਏ। ਤੇ ਜਿੱਥੇ ਖਾਲਸਾ ਜੀ ਅੱਜ ਚੱਪੜ ਚਿੜੀ ਦਾ ਮੈਦਾਨ ਹੈ ਉਸ ਥਾਂ ਦੇ ਉੱਤੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਚੀ ਜਿਹੀ ਟਿੱਬੀ ਵੇਖੀ। ਉਸ ਟਿੱਬੀ ਤੇ ਜਾ ਕਰਕੇ ਸਭ ਤੋਂ ਪਹਿਲਾਂ ਗੁਰੂ ਕਾ ਨਿਸ਼ਾਨ ਚਲਾਇਆ ਤੇ ਨਿਸ਼ਾਨ ਚਲਾ ਕਰਕੇ ਅਰਦਾਸਾ ਕਰਕੇ ਗੁਰੂ ਕੇ ਖਾਲਸੇ ਨੇ ਉੱਥੇ ਫਿਰ ਆਪਣਾ ਡੇਰਾ ਕੀਤਾ। ਚੌਪਈ ਬੰਦੇ ਕਾ ਡੇਰਾ ਸੁਣ ਆਇਆ। ਤੇ ਜਦੋਂ ਵਜੀਦ ਖਾਨ ਨੂੰ ਪਤਾ ਲੱਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਫੌਜ ਲੈ ਕਰਕੇ ਆ ਗਿਆ, ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਆ ਕਰਕੇ ਡੇਰਾ ਲਾ ਲਿਆ। ਸਹੁ ਵਜ਼ੀਰਾ ਲੜਨੇ ਧਾਇਆ। ਤੇ ਕਹਿੰਦੇ ਇਧਰੋਂ ਫਿਰ ਵਜੀਦ ਖਾਨ ਨੇ ਵੀ ਤਿਆਰੀ ਕੱਸ ਲਈ ਵੀ ਹੁਣ ਜੇ ਕੋਈ ਹੱਲਾ ਬੋਲ ਕੇ ਆ ਗਿਆ, ਧਾਵਾ ਬੋਲ ਕੇ ਆ ਗਿਆ, ਹੁਣ ਜੰਗ ਦੇ ਵਿੱਚ ਮੁਕਾਬਲਾ ਤੇ ਕਰਨਾ ਹੀ ਪੈਣਾ, ਪਿੱਠ ਵਿਖਾ ਕੇ ਭੱਜਿਆ ਨਹੀਂ ਜਾਣਾ। ਇਧਰੋਂ ਖਾਲਸਾ ਜੀ ਵਜੀਦ ਖਾਨ ਨੇ ਫਿਰ ਜੰਗ ਦੀ ਤਿਆਰੀ ਕਰਕੇ ਹੱਲਾ ਬੋਲ ਦਿੱਤਾ। ਤੋਪ ਜੰਬੂਰੇ ਮੋਹਰੇ ਧਰੇ। ਤੇ ਉਹੀ ਜੋ ਮੁਗਲ ਹਕੂਮਤ ਦੀ, ਤੁਰਕਾਂ ਦੀ ਫੌਜ ਦੀ, ਪਠਾਣਾਂ ਦੀ ਫੌਜ ਦੀ ਨੀਤੀ ਸੀ ਕਿ ਛੋਟੀਆਂ ਤੋਪਾਂ ਸਭ ਤੋਂ ਅੱਗੇ, ਉਸ ਤੋਂ ਬਾਅਦ ਦੂਸਰੇ ਨੰਬਰ ਤੇ ਫਿਰ ਵੱਡੀਆਂ ਤੋਪਾਂ ਤੇ ਫਿਰ ਪੈਦਲ ਸ਼ਸਤਰਧਾਰੀ ਫੌਜ ਉਹ ਤੇ ਫਿਰ ਘੋੜਸਵਾਰ ਫੌਜ। ਉਹ ਇਸ ਤਰ੍ਹਾਂ ਨੀਤੀ ਬਣਾ ਕਰਕੇ ਵਜੀਦ ਖਾਨ ਨੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਤਿਆਰੀ ਕਰ ਲਈ। ਤੋਪ ਜੰਬੂਰੇ ਮੋਹਰੇ ਧਰੇ ਤਿਸਕੇ ਸਾਸ ਪਿਆਦੇ ਕਰੇ। ਤੇ ਖਾਲਸਾ ਜੀ ਆਪ ਵੀ ਨਾਲ ਪੈਦਲ ਸ਼ਸਤਰਧਾਰੀ ਫੌਜਾਂ ਨੂੰ ਲੈ ਕਰਕੇ ਤੁਰ ਪਿਆ। ਇੱਕ ਫਲ ਕੀਏ ਸੁਤਰ ਹਥਨਾਰ। ਤੇ ਕੁਝ ਛੋਟੀਆਂ ਜਿਹੜੀਆਂ ਤੋਪਾਂ ਸਨ ਉਹ ਕੁਝ ਜਿਹੜੇ ਉਹਨਾਂ ਦੀ ਪਠਾਣਾਂ ਦੇ ਫੌਜਦਾਰ ਊਂਠਾਂ ਦੇ ਉੱਤੇ ਸਵਾਰ ਸੀ ਨਾ, ਊਠਾਂ ਦੇ ਉੱਤੇ ਵੀ ਛੋਟੀਆਂ ਤੋਪਾਂ ਰੱਖ ਦਿੱਤੀਆਂ ਤੇ ਛੋਟੀਆਂ ਤੋਪਾਂ ਦੇ ਨਾਲ ਸਿੰਘਾਂ ਵੱਲ ਨਿਸ਼ਾਨੇ ਬੰਨਣੇ ਸ਼ੁਰੂ ਕਰ ਦਿੱਤੇ। ਇਨ ਬਿਦ ਕਰੀ ਲੜਨ ਕੀ ਕਾਰ। ਸੋ ਇਸ ਤਰ੍ਹਾਂ ਨੀਤੀ ਬਣਾ ਕਰਕੇ ਗੁਰੂ ਕੇ ਸਿੰਘਾਂ ਦੇ ਨਾਲ ਲੜਾਈ ਕਰਨ ਦੀ ਇਹ ਨੀਤੀ ਅਪਣਾਈ। ਟੁਕ ਬੰਦੇ ਢਿਗ ਸਲਕਲ ਚਲਾਈ। ਤੇ ਜਦੋਂ ਵਜੀਦ ਖਾਂ ਗੁਰੂ ਕੇ ਸਿੰਘਾਂ ਦੇ ਫੌਜ ਦੇ ਨਜ਼ਦੀਕ ਆ ਗਿਆ, ਦੂਰੋਂ ਵੇਖਿਆ ਵੀ ਗੁਰੂ ਕੇ ਖਾਲਸਿਆਂ ਦਾ ਦਲ ਇੱਥੇ ਰੁਕਿਆ ਹੋਇਆ ਹੈ। ਬੰਦਾ ਸਿੰਘ ਬਹਾਦਰ ਨੇ ਸਾਰੀਆਂ ਤੋਪਾਂ ਵਾਲੀਆਂ ਫੌਜਾਂ ਨੂੰ ਤੇ ਬੰਦੂਕਾਂ ਵਾਲੀਆਂ ਫੌਜਾਂ ਤੇ ਜਿਹੜੇ ਊਂਠ ਤੇ ਸਵਾਰ ਨੇ, ਘੋੜਿਆਂ ਤੇ ਸਵਾਰ ਨੇ, ਸਾਰਿਆਂ ਨੂੰ ਆਦੇਸ਼ ਦੇ ਦਿੱਤਾ ਵੀ ਸਿੰਘਾਂ ਵੱਲ ਨਿਸ਼ਾਨੇ ਬੰਨ ਕੇ ਸਾਰੀ ਤੋਪਾਂ ਚਲਾਉਣੀਆਂ ਸ਼ੁਰੂ ਕਰੋ, ਬੰਦੂਕਾਂ ਚਲਾਉਣੀਆਂ ਸ਼ੁਰੂ ਕਰ ਦਿਓ। ਜਨ ਗੋਲਨ ਬਰਖਾ ਬਰਖਾਈ। ਕਹਿੰਦੇ ਜਿਵੇਂ ਮੀਂਹ ਪੈਂਦਾ ਨਾ, ਇਸ ਤਰ੍ਹਾਂ ਖਾਲਸਾ ਜੀ ਉੱਥੇ ਫਿਰ ਗੋਲੇ ਚੱਲਦੇ ਨੇ, ਤੋਪਾਂ ਦੇ ਗੋਲੇ ਚੱਲ ਰਹੇ ਨੇ, ਬੰਦੂਕਾਂ ਦੀਆਂ ਗੋਲੀਆਂ ਚੱਲ ਰਹੀਆਂ ਅਤੇ ਨਾਲੇ ਤੀਰਾਂ ਦੀਆਂ ਬੌਛਾਰਾਂ ਹੋ ਰਹੀਆਂ। ਤੋ ਪੰਜਬੂਰੇ ਰਹਿ ਕਲ ਭਾਰੇ। ਤੇ ਜਿਹੜੇ ਭਾਰੇ ਭਾਰੇ ਗੋਲੇ ਤੋਪ ਦੇ ਕਹਿੰਦੇ ਇਸ ਤਰ੍ਹਾਂ ਆਉਂਦੇ ਜਿਵੇਂ ਮੀਂਹ ਦੀਆਂ ਕਣੀਆਂ ਆਉਂਦੀਆਂ। ਤੇ ਕਈ ਵਾਰ ਖਾਲਸਾ ਜੀ ਬਰਸਾਤ ਦੇ ਵਿੱਚ ਜਿਸ ਤਰ੍ਹਾਂ ਗੜੇ ਪੈਂਦੇ, ਕਹਿੰਦੇ ਇਸ ਤਰ੍ਹਾਂ ਤੋਪਾਂ ਦੇ ਗੋਲੇ ਚੱਲ ਰਹੇ ਨੇ। ਚਲਵਾਏ ਵਜ਼ੀਰੇ ਜੋ ਥੇ ਸਾਰੇ। ਜਿਹੜੇ ਜਿਹੜੇ ਵੀ ਤੋਪ ਦੇ ਗੋਲੇ ਵਜੀਦ ਖਾਨ ਨੇ ਚਲਵਾਏ ਸਨ, ਗੋਲੇ ਚੱਲੇ ਜੰਜੀਰ ਹੈ ਜੋੜ। ਕਹਿੰਦੇ ਜਿਸ ਤਰ੍ਹਾਂ ਸੰਗਲ ਹੁੰਦਾ ਹੈ ਨਾ, ਸੰਗਲ, ਤੇ ਕਹਿੰਦੇ ਜਦੋਂ ਕਿਸੇ ਸੰਗਲ ਨੂੰ ਆਪਾਂ ਵੇਖੀਏ ਤੇ ਜਿਵੇਂ ਇੱਕ ਕੁੰਡੇ ਦੇ ਵਿੱਚ ਦੂਸਰਾ ਕੁੰਡਾ ਪਿਆ ਹੁੰਦਾ ਹੈ ਨਾ, ਉਹਦੇ ਵਿੱਚ ਥੋੜੀ ਜਿਹੀ ਵੀ ਵਿੱਥ ਨਹੀਂ ਹੁੰਦੀ, ਬਿਲਕੁਲ ਨਾਲ ਨਾਲ ਇੱਕ ਕੁੰਡੇ ਨੇ ਦੂਸਰੇ ਕੁੰਡੇ ਨੂੰ ਪਕੜਿਆ ਹੁੰਦਾ ਹੈ ਤੇ ਕਿੰਨੀ ਵੱਡੀ ਸੰਗਲ ਬਣ ਜਾਂਦੀ ਹੈ। ਕਹਿੰਦੇ ਇਸ ਤਰ੍ਹਾਂ ਇੱਕ ਸੰਗਲ ਦੀ ਤਰ੍ਹਾਂ ਗੋਲੀਆਂ ਚੱਲਦੀਆਂ, ਇੱਕ ਸੰਗਲ ਦੀ ਤਰ੍ਹਾਂ ਤੋਪਾਂ ਦੇ ਗੋਲੇ ਚੱਲਦੇ ਨੇ ਕਿ ਬੰਦੇ ਨੂੰ ਸਾਹ ਲੈਣ ਦਾ ਵੀ ਸਮਾਂ ਨਾ ਮਿਲੇ, ਬਸ ਇੰਨਾ ਹੀ ਪਤਾ ਲੱਗੇ ਵੀ ਗੋਲੇ ਚੱਲ ਰਹੇ ਨੇ, ਇੰਨਾ ਹੀ ਪਤਾ ਲੱਗੇ ਵੀ ਗੋਲੀਆਂ ਚੱਲ ਰਹੀਆਂ। ਕਹਿੰਦੇ ਸੰਗਲ ਦੀ ਤਰ੍ਹਾਂ ਉੱਥੇ ਤੋਪਾਂ ਦੇ ਗੋਲੇ ਚੱਲਦੇ, ਸੰਗਲ ਦੀ ਤਰ੍ਹਾਂ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ। ਲੱਗੇ ਬਿਰਚ ਉਸ ਸੁੱਟੇ ਤੋੜ। ਤੇ ਖਾਲਸਾ ਜੀ ਜਿੱਥੇ ਵੀ ਜਾ ਕਰਕੇ ਤੋਪ ਦਾ ਗੋਲਾ ਵੱਜਦਾ, ਕਹਿੰਦੇ ਵੱਡਾ ਸਾਰਾ ਟੋਇਆ ਪੁੱਟ ਦਿੰਦਾ
ਤੇ ਜੇ ਕਿਸੇ ਵੱਡੇ ਦਰਖਤ ਨੂੰ ਜਾ ਕਰਕੇ ਤੋਪ ਦਾ ਗੋਲਾ ਲੱਗਦਾ ਹੈ, ਕਹਿੰਦੇ ਜੜ੍ਹਾਂ ਤੋਂ ਹੀ ਉਹ ਦਰਖਤ ਪੱਟਿਆ ਜਾਂਦਾ ਹੈ। ਗੋਲੀ ਬਰਸੇ ਜੈਸੇ ਮੀਂਹ, ਕਹਿੰਦੇ ਗੋਲੀਆਂ ਵੀ ਇਸ ਤਰ੍ਹਾਂ ਵਰ ਰਹੀਆਂ ਜਿਵੇਂ ਲਗਾਤਾਰ ਕਿਣਮਿਣ ਹੁੰਦੀ ਰਹਿੰਦੀ ਹੈ, ਮੀਂਹ ਪੈਂਦਾ ਰਹਿੰਦਾ ਹੈ। ਬੜੇ ਬਹਿਣ ਕਿਣ ਪੈਣ ਨਾ ਦੇ, ਤੇ ਉਹ ਗੋਲੀਆਂ ਦੇ ਨਿਸ਼ਾਨੇ ਇਸ ਤਰ੍ਹਾਂ ਬੰਨੇ ਨੇ ਵੀ ਨਾ ਸਿੰਘ ਸਹੀ ਤਰ੍ਹਾਂ ਖੜੇ ਹੋ ਸਕਣ, ਖੜੇ ਹੋ ਕਰਕੇ ਮੋਰਚਾ ਲਾ ਸਕਣ, ਨਾ ਸਿੰਘ ਬਹਿ ਸਕਣ। ਭਾਵ ਹਰ ਤਰੀਕੇ ਤੋਂ, ਹਰ ਇੱਕ ਕੋਨੇ ਤੋਂ ਨਿਸ਼ਾਨਾ ਬਣ ਕੇ ਸਿੰਘਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਤੂੰ ਉੱਠ ਪਈ ਦਿਨ ਤੇ ਰਾਤ, ਕਹਿੰਦੇ ਨੇ ਤੋਪਾਂ ਚਲਾਉਣ ਤੋਂ ਬਾਅਦ ਇੰਨਾ ਕਿ ਬਰੂਦ ਉੱਡਿਆ ਉਸ ਧਰਤੀ ਤੇ ਖਾਲਸਾ ਜੀ ਕਿ ਸਾਰਾ ਅਸਮਾਨ ਧੂਆਂ ਧਾਰ ਹੋ ਗਿਆ। ਅਸਮਾਨ ਦੇ ਵਿੱਚ ਧੂਆਂ ਫੈਲ ਗਿਆ ਬਰੂਦ ਦਾ, ਤੇ ਕਹਿੰਦੇ ਇਸ ਤਰ੍ਹਾਂ ਲੱਗੇ ਜਿਵੇਂ ਦਿਨ ਤੋਂ ਰਾਤ ਹੋ ਗਈ ਹੈ। ਘੋੜੇ ਪਗ ਬਹੁ ਧੂੜੇ ਉਡਾਤ, ਤੇ ਘੋੜੇ ਵੀ ਜਦੋਂ ਭੱਜਦੇ ਨੇ ਜੰਗ ਦੇ ਮੈਦਾਨ ਦੇ ਵਿੱਚ ਤੇ ਘੋੜੇ ਦੇ ਪੌੜਾਂ ਦੇ ਨਾਲ ਮਿੱਟੀ ਉੱਡਦੀ ਹੈ, ਕਹਿੰਦੇ ਉਹ ਵੀ ਇਸ ਤਰ੍ਹਾਂ ਲੱਗਦਾ ਜਿਵੇਂ ਧੁੰਦ ਪਈ ਹੋਵੇ। ਕਹਿੰਦੇ ਇੰਨਾ ਕਿ ਘੱਟਾ ਉੱਡ ਰਿਹਾ, ਕਿਉਂਕਿ ਕੱਚਾ ਮੈਦਾਨ ਹੈ, ਮਿੱਟੀ ਦਾ ਮੈਦਾਨ ਹੈ। ਅੱਜ ਵੀ ਜੇ ਆਪ ਜੀ ਉੱਥੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪ੍ਰਬੰਧ ਹੈ, ਜੇ ਜਾ ਕਰਕੇ ਦਰਸ਼ਨ ਕਰੋ ਤੇ ਅੱਜ ਵੀ ਗੁਰਦੁਆਰੇ ਸਾਹਿਬ ਤੋਂ ਬਾਹਰਲੇ ਬੰਨੇ ਬਹੁਤ ਵੱਡਾ ਮੈਦਾਨ ਖਾਲੀ ਪਿਆ ਹੋਇਆ। ਤੇ ਖਾਲਸਾ ਜੀ ਉੱਥੇ ਨਿਸ਼ਾਨੀ ਵੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ। ਸੋ ਉੱਥੇ ਅੱਜ ਵੀ ਕੱਚਾ ਮੈਦਾਨ ਹੀ ਹੈ। ਤੇ ਸੋਚੋ ਵੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਘੋੜੇ ਭੱਜ ਰਹੇ ਹੋਣਗੇ, ਬਰੂਦ ਦਾ ਧੂਆਂ ਉੱਡ ਰਿਹਾ ਹੋਵੇਗਾ, ਜਦੋਂ ਖਾਲਸਾ ਜੀ ਬਰੂਦ ਦਾ ਧੂਆਂ ਉੱਡਦਾ ਹੋਵੇਗਾ, ਸਿੰਘਾਂ ਨੂੰ ਸਾਹ ਲੈਣਾ ਵੀ ਕਿੰਨਾ ਮੁਸ਼ਕਲ ਹੋਇਆ ਹੋਵੇਗਾ। ਪਰ ਉੱਥੇ ਵੀ ਗੁਰੂ ਕੇ ਖਾਲਸੇ ਘੁਟਨੇ ਨਹੀਂ ਟੇਕਦੇ, ਹੌਸਲਾ ਨਹੀਂ ਹਾਰਦੇ। ਭਾਵੇਂ ਦਿਨ ਤੋਂ ਰਾਤ ਹੋ ਗਈ, ਭਾਵੇਂ ਸਾਰੇ ਪਾਸੇ ਧੂਆਂ ਛਾਇਆ ਹੈ, ਗੋਲੀਆਂ ਮੀਂਹ ਦੀ ਤਰ੍ਹਾਂ ਚੱਲ ਰਹੀਆਂ, ਤੋਪਾਂ ਦੇ ਗੋਲੇ ਚੱਲ ਰਹੇ ਆ, ਪਰ ਫਿਰ ਵੀ ਗੁਰੂ ਕੇ ਖਾਲਸੇ ਅੱਗੇ ਹੋ ਕਰਕੇ ਮੁਕਾਬਲਾ ਕਰਦੇ ਨੇ। ਜਨ ਕਰ ਭਈ ਹਨੇਰੀ ਰਾਤ, ਤੇ ਕਹਿੰਦੇ ਘੋੜਿਆਂ ਦੇ ਪੌੜਾਂ ਦੇ ਨਾਲ ਇਸ ਤਰ੍ਹਾਂ ਜਿਵੇਂ ਹਨੇਰੀ ਰਾਤ ਪੈ ਗਈ ਹੋਵੇ। ਤੋੜੇ ਚਮਕ ਟਿਟਾਣੇ ਬਾਤ, ਤੇ ਜਦੋਂ ਬੰਦੂਕਾਂ ਚੱਲਦੀਆਂ ਜਾਂ ਤੋਪਾਂ ਚੱਲਦੀਆਂ ਤੇ ਕਹਿੰਦੇ ਲਸ਼ਕਾਰਾ ਪੈਂਦਾ, ਤੇ ਤੋਪਾਂ ਦੇ ਚੱਲਣ ਦੇ ਨਾਲ, ਬੰਦੂਕਾਂ ਦੇ ਚੱਲਣ ਨਾਲ ਜਦੋਂ ਲਸ਼ਕਾਰਾ ਪੈਂਦਾ ਨਾ, ਕਹਿੰਦੇ ਇਸ ਤਰ੍ਹਾਂ ਲੱਗਦਾ ਜਿਵੇਂ ਰਾਤ ਨੂੰ ਟਟਹਿਣੇ ਚਮਕਦੇ ਨੇ, ਜਿਵੇਂ ਰਾਤ ਨੂੰ ਜੁਗਨੂ ਚਮਕਦਾ ਹੈ। ਕਹਿੰਦੇ ਇਸ ਤਰ੍ਹਾਂ ਕਹਿੰਦੇ ਉੱਥੇ ਸਾਰੇ ਪਾਸੇ ਧੂਆਂ ਫੈਲਿਆ, ਤੇ ਜਦੋਂ ਬੰਦੂਕਾਂ ਚੱਲਦੀਆਂ ਜਾਂ ਤੋਪਾਂ ਚੱਲਦੀਆਂ ਤੇ ਇਸ ਤਰ੍ਹਾਂ ਚਮਕ ਪੈਂਦੀ ਹੈ। ਉਹ ਧਾਰ ਉੱਠ ਹੋ ਗਈ ਘਟਾ, ਕਹਿੰਦੇ ਇੰਨਾ ਕਿ ਧੂਆਂ ਫੈਲ ਗਿਆ, ਇਸ ਤਰ੍ਹਾਂ ਲੱਗਦਾ ਵੀ ਜਿਵੇਂ ਬੱਦਲ ਦੇ ਅਸਮਾਨ ਦੇ ਵਿੱਚ ਕਾਲੀਆਂ ਘਟਾਵਾਂ ਛਾ ਜਾਂਦੀਆਂ, ਕਾਲੇ ਬੱਦਲ ਆ ਜਾਂਦੇ ਨੇ। ਕਹਿੰਦੇ ਬਸ ਇਸ ਤਰ੍ਹਾਂ ਦਾ ਮਾਹੌਲ ਉੱਥੇ ਬਰੂਦ ਦੇ ਧੂਏ ਦੇ ਨਾਲ ਹੋ ਗਿਆ। ਦਮਕਤ ਪਿਆਲੇ ਜਨ ਵਿੱਚ ਛਟਾ, ਤੇ ਖਾਲਸਾ ਜੀ ਜਦੋਂ ਤੋਪ ਦੇ ਗੋਲੇ ਚੱਲਦੇ ਨੇ, ਕਹਿੰਦੇ ਜਿੱਥੇ ਵੀ ਜਾ ਕਰਕੇ ਵੱਜਦੇ ਆ, ਕਹਿੰਦੇ ਉੱਥੇ ਵੱਡੇ ਵੱਡੇ ਖੱਡੇ ਪੈਦਾ ਹੋ ਜਾਂਦੇ, ਵੱਡੇ ਵੱਡੇ ਟੋਏ ਪੁੱਟੇ ਜਾਂਦੇ ਨੇ। ਚੇਲੇ ਪਾਸੋਂ ਨਟ ਜਾਹੇ, ਪਰ ਕਹਿੰਦੇ ਜਿਹੜੇ ਬੰਦਾ ਸਿੰਘ ਬਹਾਦਰ ਦੇ ਨਾਲ ਅੱਧੇ ਉਹੀ ਆ ਗਏ ਸਨ, ਜਿਨ੍ਹਾਂ ਬਾਰੇ ਆਪਾਂ ਪਹਿਲਾਂ ਜ਼ਿਕਰ ਕੀਤਾ, ਜਿਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਕਿ ਤੁਸੀਂ ਲੁਟੇਰੇ ਹੋ, ਬਹਿਰੂਪੀਏ ਹੋ, ਤੁਸੀਂ ਜੰਗ ਦੇ ਮੈਦਾਨ ਵਿੱਚ ਮੈਨੂੰ ਧੋਖਾ ਦਿਓਗੇ, ਪਰ ਤੁਸੀਂ ਨਮਕ ਹਰਾਮੀ ਕਰੋਗੇ ਤੇ ਮੈਂ ਤੁਹਾਨੂੰ ਕੁਝ ਨਹੀਂ ਕਵਾਂਗਾ। ਜਿਹੜਾ ਲੂਣ ਹਰਾਮੀ ਹੁੰਦਾ ਹੈ, ਜਿਹੜਾ ਕਿਸੇ ਨੂੰ ਧੋਖਾ ਦਿੰਦਾ ਹੈ, ਦਗਾ ਦਿੰਦਾ ਹੈ, ਆਪਣੇ ਕਰਮਾਂ ਨਾਲ ਖੁਦ ਹੀ ਮਰ ਜਾਂਦਾ ਹੈ। ਕਹਿੰਦੇ ਜਦੋਂ ਉਹਨਾਂ ਬਹਿਰੂਪੀਆਂ ਨੇ ਵੇਖਿਆ ਵੀ ਤੋਪਾਂ ਦੇ ਗੋਲੇ ਆ ਰਹੇ ਨੇ, ਕਹਿੰਦੇ ਉਹ ਭੱਜ ਜਾਂਦੇ, ਜੰਗ ਦੇ ਮੈਦਾਨ ਵਿੱਚ ਭੱਜਦੇ ਨੇ, ਭੱਜਣ ਨੂੰ ਰਾਹ ਨਹੀਂ ਲੱਭਦਾ। ਬੰਦੇ ਓਲੇ ਹੋਏ ਲੁਕਾਏ, ਤੇ ਕਹਿੰਦੇ ਬੰਦਾ ਬਹਾਦਰ ਤੋਂ ਓਲੇ ਹੋ ਕਰਕੇ ਲੁਕਦੇ ਨੇ। ਕੋਈ ਝਾੜੀਆਂ ਵੱਲ ਭੱਜਦਾ, ਕੋਈ ਦਰਖਤਾਂ ਦੇ ਓਲੇ ਹੋ ਕਰਕੇ ਆਪਣੀ ਜਾਨ ਬਚਾਉਂਦਾ ਹੈ। ਲੁਟੇਰੇ ਲੋਕ ਜੇ ਬੰਦੇ ਰੱਖੇ, ਕਹਿੰਦੇ ਉਹ ਲੁਟੇਰੇ ਲੋਕ ਸੀ ਜਿਹੜੇ ਬੰਦਾ ਬਹਾਦਰ ਕੋਲ ਆਏ ਸੀ, ਭਾਵੇਂ ਰੱਖ ਲਏ ਸੀ ਬੰਦਾ ਬਹਾਦਰ ਨੇ, ਪਰ ਪਤਾ ਸੀ ਵੀ ਧੋਖਾ ਦੇ ਕੇ ਭੱਜਣਗੇ। ਲਰਨ ਮਰਨ ਤਜ ਹੋਏ ਗਏ ਵਖੇ, ਉਹ ਲੁਟੇਰੇ ਲੋਕ ਜਿਹੜੇ ਲਾਲਚਾਂ ਖਾਤਰ ਆਉਣ, ਖਾਲਸਾ ਜੀ ਕਦੇ ਵੀ ਧਰਮ ਯੁੱਧ ਨਹੀਂ ਕਰ ਸਕਦੇ, ਕਿਉਂਕਿ ਧਰਮ ਯੁੱਧ ਉਹ ਕਰਦੇ ਨੇ ਜਿਹੜੇ ਇਮਾਨਦਾਰ ਹੋਣ, ਜਿਹੜੇ ਬੁਜ਼ਦਲ ਹੁੰਦੇ ਨੇ, ਲਾਲਚੀ ਹੁੰਦੇ ਨੇ। ਅਕਸਰ ਖਾਲਸਾ ਜੀ ਜੰਗ ਦਾ ਮੈਦਾਨ ਵੇਖ ਕਰਕੇ, ਤੋਪਾਂ ਵੇਖ ਕਰਕੇ ਭੱਜ ਜਾਂਦੇ ਨੇ।
ਕਹੇ ਫਕੀਰ ਕਹਾ ਹਮ ਗਾਰੈ। ਤੇ ਕਹਿੰਦੇ ਜਦੋਂ ਭੱਜਦੇ ਨੇ ਨਾ ਬੰਦਾ ਬਹਾਦਰ ਨੂੰ ਛੱਡ ਕੇ, ਤੇ ਕਹਿੰਦੇ ਇਹ ਕੱਲ ਦਾ ਸਾਧ ਹੈ, ਕੱਲ ਦਾ ਫਕੀਰ ਹੈ, ਇਹਨੇ ਸਾਨੂੰ ਮਰਵਾ ਦੇਣਾ ਹੈ। ਕਰਤ ਮਜੂਰੀ ਖਾਏ ਸੁਖਾਰੈ। ਇਸ ਤੋਂ ਚੰਗਾ ਹੁੰਦਾ ਇਹਦੇ ਨਾਲ ਰਲਣ ਦੀ ਬਜਾਏ ਕਾਸ਼ ਆਪਾਂ ਮਜ਼ਦੂਰੀ ਕਰ ਲੈਂਦੇ, ਖਾਣੀ ਤਾਂ 2 ਵਕਤ ਦੀ ਰੋਟੀ ਹੈ। ਕਹਿੰਦੇ ਜਦੋਂ ਸੁੱਖ ਹੈ, ਜਦੋਂ ਬੰਦਾ ਬਹਾਦਰ ਕੋਲ ਆਉਣਾ ਸੀ ਉਦੋਂ ਤੇ ਬੜੇ ਚਾਅ ਨਾਲ ਆਏ ਵੀ ਆਵਾਂਗੇ, ਲੁੱਟਾਂਗੇ, ਖਾਵਾਂਗੇ, ਧੋਖਾ ਦਵਾਂਗੇ। ਪਰ ਹੁਣ ਜਦੋਂ ਗੋਲੀਆਂ ਵਰਦੀਆਂ ਵੇਖੀਆਂ, ਤੋਪਾਂ ਦੇ ਗੋਲੇ ਵੇਖੇ, ਫਿਰ ਕਹਿੰਦੇ ਨੇ ਉਹੀ ਬੁਜ਼ਦਲਾਂ ਵਾਲੀ ਗੱਲ ਕਰਦੇ ਆ ਵੀ ਇਸ ਤੋਂ ਚੰਗਾ ਹੁੰਦਾ ਮਜ਼ਦੂਰੀ ਕਰ ਲੈਂਦੇ। ਫਿਰ ਕਹਿੰਦੇ ਦੂਸਰੇ ਪਾਸੇ ਹੋ ਗਏ। ਚੇਲੇ ਬੰਦੇ ਸਭ ਨੱਠ ਗਏ। ਸੋ ਇਸ ਤਰ੍ਹਾਂ ਜਿਹੜੇ ਜਾਦੀ ਚਾਪਲੂਸੀ ਕਰਦੇ ਸੀ ਨਾ ਆ ਕੇ, ਕਹਿੰਦੇ ਉਹ ਸਾਰੇ ਬੰਦਾ ਬਹਾਦਰ ਨੂੰ ਛੱਡ ਕੇ ਭੱਜ ਗਏ। ਸਿੰਘ ਸੂਰਮੇ ਠਾਂਡੇ ਰਹੇ। ਪਰ ਉੱਥੇ ਵੀ ਗੁਰੂ ਕਾ ਖਾਲਸਾ, ਗੁਰੂ ਕੇ ਸਿੰਘ ਉੱਥੇ ਵੀ ਭੱਜੇ ਨਹੀਂ। ਗੁਰੂ ਕੇ ਤਿਆਰ ਬਰ ਤਿਆਰ ਸਿੰਘ ਸੂਰਮੇ ਜੰਗ ਦੇ ਮੈਦਾਨ ਵਿੱਚ ਉੱਥੇ ਡਟ ਗਏ। ਦੋਰਾ ਭਿਓ ਮੁਕਾਬਲਾ ਦੋਹੇ ਵੱਲੋਂ, ਸਭ ਸਿਰ ਤੰਤ ਵਜੀਰੇ ਪਾਸ। ਹੁਣ ਖਾਲਸਾ ਜੀ ਇੱਕ ਪਾਸੇ ਸੂਬੇ ਸਰਹੰਦ, ਇੱਕ ਪਾਸੇ ਖਾਲਸਾ ਜੀ ਪਠਾਣਾ ਦੀ ਫੌਜ, ਇੱਕ ਪਾਸੇ ਤੋਪਾਂ, ਇੱਕ ਪਾਸੇ ਊਂਠਾਂ ਤੇ ਤੋਪਦਾਰ ਫੌਜਾਂ ਸਵਾਰ ਨੇ, ਇੱਕ ਪਾਸੇ ਘੋੜਿਆਂ ਤੇ ਵੱਡੀਆਂ ਨਾਲੀਆਂ ਵਾਲੀਆਂ ਬੰਦੂਕਾਂ ਲੈ ਕਰਕੇ ਫੌਜਾਂ ਤਿਆਰ ਨੇ, ਤੇ ਇੱਕ ਪਾਸੇ ਰਵਾਇਤੀ ਸ਼ਸਤਰ ਲੈ ਕਰਕੇ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੈ। ਇੱਥੇ ਬਹੁਤ ਵੱਡਾ ਮੁਕਾਬਲਾ ਹੋਣਾ ਜੰਗ ਦੇ ਮੈਦਾਨ ਵਿੱਚ, ਕਿਉਂਕਿ ਹੁਣ ਇੱਕ ਪਾਸੇ ਬਾਬਰ ਕੇ ਆ, ਇੱਕ ਪਾਸੇ ਬਾਬੇ ਕੇ ਆ। ਬਾਬਰ ਕੇ ਚੜ ਕੇ ਆਏ ਨੇ ਬਾਬੇ ਕਿਆਂ ਨੂੰ ਹਰਾਉਣ ਵਾਸਤੇ, ਪਰ ਬਾਬੇ ਕਿਆਂ ਦੇ ਹੌਸਲੇ ਨਹੀਂ ਹਾਰਦੇ। ਉੱਥੇ ਵੀ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਕੇ ਤਿਆਰ ਬਰ ਤਿਆਰ ਹੋ ਕਰਕੇ ਮੁਕਾਬਲਾ ਕਰਦੇ ਨੇ। ਜੋ ਲਟੇਰੇ ਬੰਦੇ ਸਾਥ ਤੇ, ਜਖੀਰੋ ਕੀਓ ਨਾ ਤਾਸ। ਸੋ ਖਾਲਸਾ ਜੀ ਜਿਹੜੇ ਆਏ ਸੀ ਲੁੱਟਣ ਵਾਸਤੇ, ਉਹਨਾਂ ਨੇ ਵਿੱਚੋਂ ਘਪਲੇ ਵੀ ਬਹੁਤ ਕੀਤੇ ਤੇ ਕੁਝ ਮਾਇਆ ਬੰਦਾ ਬਹਾਦਰ ਨੇ ਲੁਟਾਈ ਵੀ ਬਹੁਤ ਸੀ। ਕਹਿੰਦੇ ਹੁਣ ਸਿੰਘਾਂ ਦੇ ਕੋਲ ਕੋਈ ਬਹੁਤੀ ਰਸਦ ਨਹੀਂ ਸੀ ਰਹਿ ਗਈ, ਕੋਈ ਬਹੁਤੀ ਮਾਇਆ ਨਹੀਂ ਸੀ ਰਹਿ ਗਈ। ਜੋ ਪਈ ਉਤੇ ਵਜੀਰੇ ਸਭ ਕੁਛ ਲੀਆ। ਤੇ ਇਧਰੋਂ ਵਜੀਦ ਖਾਂ ਸੀ ਜਿਹੜਾ, ਉਹ ਪੂਰੀ ਤਿਆਰੀ ਨਾਲ ਆਇਆ ਸੀ। ਤੋਪਾਂ ਲੈ ਕਰਕੇ ਆਇਆ, ਹਥਿਆਰ ਲੈ ਕੇ ਆਇਆ। ਸਿੰਘਾਂ ਕੋਲ ਹਥਿਆਰ ਵੀ ਥੋੜੇ, ਤੋਪਾਂ ਵੀ ਥੋੜੀਆਂ, ਰਸਦ ਵੀ ਥੋੜੀ ਸੀ। ਬੰਦੇ ਨੇ ਕੁਛ ਸੰਜਮ ਨਾ ਕੀਆ। ਪਰ ਬੰਦਾ ਸਿੰਘ ਬਹਾਦਰ ਨੇ ਗੁਰੂ ਤੇ ਭਰੋਸਾ ਰੱਖ ਕਰਕੇ ਜਦੋਂ ਖਜ਼ਾਨਾ ਭਰਿਆ ਸੀ, ਖਜ਼ਾਨਾ ਵੰਡਣਾ ਸ਼ੁਰੂ ਹੀ ਕੀਤਾ ਸੀ। ਕਿਸੇ ਖਜ਼ਾਨੇ ਨੂੰ ਲੁਕੋ ਕੇ ਨਹੀਂ ਸੀ ਰੱਖਿਆ। ਜਿਹੜਾ ਵੀ ਲੋੜਵੰਦ ਹੁੰਦਾ ਸੀ, ਬੰਦਾ ਬਹਾਦਰ ਉਹਨੂੰ ਖੁੱਲੀ ਮਾਇਆ ਦਿੰਦਾ ਸੀ, ਮੋਹਰਾਂ ਦਿੰਦਾ ਸੀ। ਉਹਨੇ ਆਪਣੇ ਕੋਲ ਕੁਝ ਨਹੀਂ ਸੀ ਰੱਖਿਆ। ਨੈ ਕਿਛ ਦਾਰੂ ਸਿੱਕੋ ਵਰਤਾਇਓ। ਤੇ ਹੁਣ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਸਤੇ ਗੁਰੂ ਕੇ ਸਿੰਘਾਂ ਦੇ ਕੋਲ ਬਰੂਦ ਉਨੀ ਗਿਣਤੀ ਵਿੱਚ ਨਹੀਂ ਸੀ ਜਿੰਨੀ ਗਿਣਤੀ ਦੇ ਵਿੱਚ ਮੁਗਲ ਹਕੂਮਤ ਕੋਲ ਸੀ। ਗੁਰੂ ਕੇ ਖਾਲਸਿਆਂ ਕੋਲ ਉਨੀ ਵੱਡੀ ਗਿਣਤੀ ਵਿੱਚ ਹਥਿਆਰ ਨਹੀਂ ਸਨ ਜਿੰਨੀ ਵੱਡੀ ਗਿਣਤੀ ਵਿੱਚ ਹਥਿਆਰ ਲੈ ਕੇ ਵਜੀਦ ਖਾਂ ਚੜ ਕੇ ਆਇਆ ਸੀ। ਨੈ ਕਿਛ ਤੋਪ ਜੰਬੂਰਨ ਆਇਓ। ਤੇ ਹੁਣ ਉਧਰੋਂ ਤੇ ਤੋਪਾਂ ਵੀ ਕਈ ਕਿਸਮਾਂ ਦੀਆਂ, ਪਰ ਇਧਰੋਂ ਖਾਲਸਿਆਂ ਕੋਲ ਤੋਪਾਂ ਵੀ ਆਮ ਜੀਆਂ ਬਹੁਤੀ ਕਿਸਮਾਂ ਦੀਆਂ ਤੋਪਾਂ ਵੀ ਨਹੀਂ ਸਨ। ਉੱਤੇ ਸਿਰ ਤੰਤੇ ਆਇਓ ਪਤਸ਼ਾਹੀ। ਤੇ ਉਧਰੋਂ ਮੁਗਲ ਹਕੂਮਤ ਦਾ ਬਾਦਸ਼ਾਹ ਚੜ ਕੇ ਆਇਆ ਜਿਹਦੇ ਕੋਲ ਬਹੁਤ ਜ਼ਿਆਦਾ ਪ੍ਰਬੰਧ ਹੈ। ਤੇ ਇੱਧਰ ਖਾਲਸਾ ਜੀ ਜੰਗਲਾਂ ਵਿੱਚ ਰਾਤਾਂ ਕੱਟਣ ਵਾਲੇ, ਛੋਲਿਆਂ ਤੇ ਗੁਜ਼ਾਰੇ ਕਰਨ ਵਾਲੇ ਮੁੱਠੀ ਭਰ ਸਿੰਘ, ਉਹ ਗੁਰੂ ਕੇ ਆਸਰੇ ਵੀ ਡੋਲਦੇ ਨਹੀਂ। ਇਤ ਲੜ ਡੰਗ ਖਾਣ ਕੋ ਨਹੀਂ। ਤੇ ਖਾਲਸਾ ਜੀ ਉਧਰੋਂ ਤਿਆਰ ਬਰ ਤਿਆਰ, ਉਹਦੇ ਕੋਲ ਰਸਦ ਵੀ ਬਹੁਤ ਹੈ ਸੂਬੇ ਸਰਹੰਦ ਕੋਲ, ਪਰ ਇੱਥੇ ਇੱਕ ਦਾਣਾ ਵੀ ਭੁੰਨ ਕੇ ਖਾਣ ਵਾਸਤੇ ਨਹੀਂ ਸੀ। ਜਦੋਂ ਫੌਜਾਂ ਨੇ ਹਮਲਾ ਕੀਤਾ ਉਦੋਂ ਚੱਪੜ ਚਿੜੀ ਦੇ ਮੈਦਾਨ ਵਿੱਚ ਹਜੇ ਜਾ ਕੇ ਡੇਰਾ ਹੀ ਕੀਤਾ ਸੀ। ਤੇ ਜਦੋਂ ਜਾ ਕੇ ਹਜੇ ਡੇਰਾ ਹੀ ਕੀਤਾ ਹੋਵੇ, ਜਦੋਂ ਆਪਾਂ ਕਿਤੇ ਥਾਂ ਤੇ ਜਾਈਏ ਪਹਿਲਾਂ ਜਾ ਕੇ ਉੱਥੇ ਰਹਿਣ ਬਸੇਰਾ ਕਰਦੇ ਆਂ, ਫਿਰ ਖਾਣ ਪੀਣ ਦਾ ਪ੍ਰਬੰਧ ਕਰਦੇ ਆਂ। ਸਿੰਘਾਂ ਨੇ ਹਜੇ ਆ ਕੇ ਡੇਰਾ ਹੀ ਕੀਤਾ, ਹਜੇ ਕੋਈ ਲੰਗਰ ਪ੍ਰਸਾਦੇ ਦਾ ਪ੍ਰਬੰਧ ਨਹੀਂ ਸੀ ਕੀਤਾ ਤੇ ਹਮਲਾ ਪਹਿਲਾਂ ਹੀ ਹੋ ਗਿਆ। ਤੇ ਜਦੋਂ ਹਮਲਾ ਹੋਇਆ, ਭਾਈ ਸਾਹਿਬ ਕਹਿੰਦੇ ਉਸ ਵਕਤ ਭੁੰਨ ਕੇ ਖਾਣ ਨੂੰ ਦਾਣਾ ਵੀ ਨਹੀਂ ਸੀ। ਉਤਵਲ ਮੋਹਰ ਰੁਪਏ ਤੁੜਾਏ। ਤੇ ਉਧਰ ਰੁਪਈਆਂ ਦੀ ਕਮੀ ਨਹੀਂ, ਮੋਹਰਾਂ ਦੀ ਵੀ ਕਮੀ ਨਹੀਂ। ਇਤ ਲੁੱਟ ਮਿਲੇ ਤੋ ਡੰਗ ਲੰਘਾਏ। ਪਰ ਇੱਧਰ ਕਹਿੰਦੇ ਕੇਵਲ ਤੇ ਕੇਵਲ ਸਿੰਘ ਦਿਨ ਹੀ ਲੰਘਾ ਰਹੇ ਸਨ ਗੁਰੂ ਕੀ ਬਾਣੀ ਦੀ ਖੁਰਾਕ ਲੈ ਕਰਕੇ, ਕਿਉਂਕਿ ਜਿਨ੍ਹਾਂ ਕੋਲ ਬਾਣੀ ਦੀ ਖੁਰਾਕ ਹੁੰਦੀ ਹੈ, ਜਿਨ੍ਹਾਂ ਕੋਲ ਆਤਮਾ ਦੀ ਖੁਰਾਕ ਹੁੰਦੀ ਹੈ, ਇਹ ਗੱਲ ਸੱਚੀ ਹੈ। ਜਿਸ ਵਿਅਕਤੀ
ਕੋਲ ਆਤਮਾ ਦੀ ਖੁਰਾਕ ਹੋਵੇ, ਆਤਮਾ ਦੀ ਖੁਰਾਕ ਵਾਲੇ ਦੇ ਸਾਹਮਣੇ ਖਾਧੀਆਂ ਸਰੀਰ ਦੀਆਂ ਖੁਰਾਕਾਂ ਵੀ ਵਿਅਰਥ ਹੋ ਜਾਂਦੀਆਂ, ਫੇਲ ਹੋ ਜਾਂਦੀਆਂ, ਕਿਉਂਕਿ ਇਬਾਦਤ ਦੇ ਵਿੱਚੋਂ ਪਰਮਾਰਥ ਦੀ ਤਾਕਤ ਨਿਕਲਦੀ ਹੈ। ਦੇਖੋ ਕਲਾ ਪ੍ਰਭੂ ਕੀ ਨਿਆਰੀ। ਭਾਈ ਰਤਨ ਸਿੰਘ ਭੰਗੂ ਕਹਿੰਦੇ, ਭਾਈ ਸਿੱਖੋ ਵੇਖੋ ਮੇਰੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਨਿਆਰੀ ਕਲਾ। ਭਾਵੇਂ ਸੂਬੇ ਸਰਹੰਦ ਕੋਲ ਤੋਪਾਂ ਨੇ, ਮੋਹਰਾਂ ਨੇ, ਰਸਦ ਬਸਦਾ, ਪਰ ਇਧਰੋਂ ਸਿੰਘਾਂ ਕੋਲ ਭਾਵੇਂ ਕੁਝ ਵੀ ਨਹੀਂ, ਪਰ ਇਹ ਮੁੱਠੀ ਭਰ ਗੁਰੂ ਕੇ ਸਿੰਘ ਉਹ ਲੱਖਾਂ ਦੀ ਫੌਜ ਦੇ ਉੱਤੇ ਭਾਰੂ ਪੈਣਗੇ। ਜਿੱਤੇ ਫਕੀਰ ਸ਼ਾਹ ਜਾਏ ਹਾਰੀ। ਜਿਹੜਾ ਵਜੀਦ ਖਾਂ ਕਹਿੰਦਾ ਵੀ ਇਹ ਫਕੀਰ ਆ, ਕੱਲ ਦੇ ਸਾਧ ਆ, ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਨਾਨਕ ਦੇ ਫਕੀਰਾਂ ਦੀ ਜਿੱਤ ਹੋਣੀ ਹੈ ਤੇ ਦਿੱਲੀ ਦੇ ਬਾਦਸ਼ਾਹ ਦੇ ਪਿਆਦਿਆਂ ਦੀ ਹਾਰ ਹੋਣੀ ਹੈ। ਜਿੱਥੇ ਫਕੀਰ ਆ ਕੇ ਖੜ ਜਾਂਦਾ ਹੈ, ਜਿੱਥੇ ਸੰਤ ਸਿਪਾਹੀ ਆ ਕੇ ਖੜ ਜਾਂਦਾ ਹੈ, ਖਾਲਸਾ ਜੀ ਕੋਈ ਫਕੀਰ ਕੋਈ ਸੰਤ ਸਿਪਾਹੀ ਕਿਸੇ ਨੂੰ ਗਾਲਣ ਦਾ ਬਚਨ ਵੀ ਕਰ ਦਵੇ ਤੇ ਖਾਲਸਾ ਜੀ ਬਾਣੀ ਕਹਿੰਦੀ ਹੈ ਉਹਦੀ ਕੁਲਾਂ ਗਲ ਜਾਂਦੀਆਂ ਨੇ। ਇੱਕ ਫਕੀਰ ਦੇ ਬਚਨ ਦੇ ਵਿੱਚ ਐਸਾ ਪ੍ਰਤਾਪ ਹੁੰਦਾ ਹੈ, ਕਮਾਈ ਵਾਲੇ ਦੇ ਬਚਨਾਂ ਦੇ ਵਿੱਚ ਇਹ ਤਾਕਤ ਹੁੰਦੀ ਹੈ। ਇਸੇ ਕਰਕੇ ਜਿਹੜੇ ਗੁਰੂ ਕੇ ਸਿੰਘ ਬਾਣੀ ਪੜ੍ਹਦੇ ਸੀ, ਇਬਾਦਤ ਕਰਦੇ ਸੀ, ਉਹਨਾਂ ਦਾ ਤੋਪਾਂ ਵੀ ਕੁਝ ਨਹੀਂ ਕਰ ਸਕੀਆਂ, ਕਿਉਂਕਿ ਜਿਹੜੇ ਤੋਪਾਂ ਲੈ ਕੇ ਆਏ ਨੇ ਉਹ ਬੇਈਮਾਨ ਨੇ ਤੇ ਜਿਹੜੇ ਕੇਵਲ ਤੇਗਾਂ ਲੈ ਕਰਕੇ ਗਏ ਨੇ ਉਹਨਾਂ ਕੋਲ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਈਮਾਨ ਪੱਕਾ ਹੈ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਜੰਗ ਦੇ ਮੈਦਾਨ ਦੇ ਵਿੱਚ ਫਕੀਰਾਂ ਦੀ ਜਿੱਤ ਹੋਣੀ ਹੈ ਤੇ ਦਿੱਲੀ ਦੇ ਬਾਦਸ਼ਾਹ ਦੀ, ਸੂਬੇ ਸਰਹੰਦ ਦੀ, ਵਜੀਦ ਖਾਂ ਦੀ ਹਾਰ ਹੋਣੀ ਹੈ। ਪ੍ਰਭ ਚਾਹੇ ਮੇਰ ਤ੍ਰਿਣੋਂ ਉਠਾਏ। ਭਾਈ ਸਾਹਿਬ ਕਹਿੰਦੇ ਕਿਉਂਕਿ ਪਰਮਾਤਮਾ ਵਿੱਚ ਤਾਕਤ ਹੈ। ਜੇ ਪਰਮਾਤਮਾ ਆਪਣੀ ਮੌਜ ਵਿੱਚ ਆ ਜਾਵੇ ਤੇ ਕਹਿੰਦੇ ਇੱਕ ਪਰਬਤ ਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਘਾਹ ਦੇ ਇੱਕ ਨਿੱਕੇ ਜਿਹੇ ਬੂਟੇ ਦੇ ਨਾਲ ਵੀ ਖੜਾ ਕਰ ਸਕਦਾ। ਜੇ ਪਰਮਾਤਮਾ ਆਪਣੀ ਤਾਕਤ ਵਿੱਚ ਆਵੇ ਨਾ, ਜਿਹੜਾ ਪਰਬਤ, ਜਿਹੜਾ ਪਹਾੜ ਵੱਡੇ ਵੱਡੇ ਤਾਕਤ ਨਾਲ, ਹਾਥੀਆਂ ਦੀ ਤਾਕਤ ਦੇ ਨਾਲ, ਜੇ ਅੱਜ ਦੀ ਭਾਸ਼ਾ ਵਿੱਚ ਕਹੀਏ ਮਸ਼ੀਨਾਂ ਦੇ ਨਾਲ ਵੀ ਨਹੀਂ ਚੱਕੇ ਜਾਂਦੇ। ਭਾਈ ਰਤਨ ਸਿੰਘ ਭੰਗੂ ਕਹਿੰਦੇ ਜੇ ਪਰਮਾਤਮਾ ਆਪਣੀ ਮੌਜ ਵਿੱਚ ਆ ਜਾਵੇ ਤੇ ਵੱਡੇ ਵੱਡੇ ਪਹਾੜਾਂ ਨੂੰ ਇੱਕ ਘਾਹ ਦੇ ਨਿੱਕੇ ਜਿਹੇ ਬੂਟੇ ਦੇ ਨਾਲ ਵੀ ਆਕਾਸ਼ ਵਿੱਚ ਚੱਕ ਸਕਦਾ ਹੈ। ਸੋ ਇਨ੍ਹਾਂ ਸਿੰਘਾਂ ਦੇ ਨਾਲ ਉਸ ਪਰਮਾਤਮਾ ਦੀ ਤਾਕਤ ਵਰਤ ਰਹੀ ਹੈ। ਰੱਬ ਚਾਹੇ ਸਮੁੰਦਰ ਘੜਿਓ ਸੁਖਾਏ। ਤੇ ਭਾਈ ਸਾਹਿਬ ਕਹਿੰਦੇ ਜੇ ਪਰਮਾਤਮਾ ਚਾਵੇ ਉਹ ਤੇ ਸਮੁੰਦਰ ਸੁਕਾ ਸਕਦਾ ਹੈ। ਇਹ ਦਿੱਲੀ ਦੇ ਬਾਦਸ਼ਾਹ ਦਾ ਰਾਜ ਕੀ ਚੀਜ਼ ਹੈ, ਇਹ ਵਜੀਦ ਖਾਂ ਦੀ ਤਾਕਤ ਕੀ ਚੀਜ਼ ਹੈ। ਜੇ ਪਰਮਾਤਮਾ ਆਪਣੀ ਮੌਜ ਵਿੱਚ ਆ ਜਾਵੇ ਵਿਸ਼ਾਲ ਸਮੁੰਦਰ ਨੂੰ ਵੀ ਸੁਕਾ ਕੇ ਗਾਲ ਸਕਦਾ ਹੈ। ਆਲੀ ਸਿੰਘ ਬਾਜ ਸਿੰਘ ਹੱਥ ਜੋੜੇ। ਕਹਿੰਦੇ ਇੰਨੇ ਨੂੰ ਭਾਈ ਆਲੀ ਸਿੰਘ ਤੇ ਭਾਈ ਬਾਜ ਸਿੰਘ, ਜਿਨ੍ਹਾਂ ਦੇ ਦੋ ਹੋਰ ਭਰਾ ਨੰਦੇੜ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੰਦਾ ਸਿੰਘ ਬਹਾਦਰ ਨਾਲ ਜਥੇ ਦੇ ਵਿੱਚ ਭੇਜੇ ਸਨ, ਉਹ ਦੋਵੇਂ ਹੱਥ ਜੋੜ ਕਰਕੇ ਖੜੇ ਹੋ ਕਰਕੇ ਬਚਨ ਕਰਨ ਲੱਗੇ। ਬੈਠੇ ਹੋ ਕੁਮ ਚੜੋ ਘੋੜੇ। ਕਹਿਣ ਲੱਗੇ ਬੈਠੇ ਹੋ ਕਿਮ ਚੜੋ ਨਾ ਘੋੜੇ। ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਕਿ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਦਾ ਸਮਾਂ ਆਇਆ ਤੇ ਤੂੰ ਬਹੁਤ ਸ਼ਾਂਤ ਹੋ ਕਰਕੇ ਬੈਠਾ। ਜਥੇਦਾਰ ਚੱਲ ਹੁਣ ਅੱਗੇ ਲੱਗ, ਘੋੜੇ ਤੇ ਸਵਾਰ ਕਿਉਂ ਨਹੀਂ ਹੁੰਦਾ, ਜੰਗ ਦੇ ਮੈਦਾਨ ਵਿੱਚ ਬੈਠਾ ਕਿਉਂ ਹੈ। ਤਬ ਬੰਦੇ ਉਨ ਸਭ ਹਨ ਕਹਿਓ। ਤਾਂ ਉਦੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਸਾਰੇ ਗੁਰੂ ਕੇ ਸਿੰਘਾਂ ਨੂੰ ਇੱਕ ਬੇਨਤੀ ਕੀਤੀ। ਇੱਕ ਪਹਿਰ ਤੁਮ ਤੜਕੇ ਰਹੋ। ਕਹਿਣ ਲੱਗਾ ਵੀ ਜੰਗ ਕਰਾਂਗੇ ਜ਼ਰੂਰ, ਪਰ ਇੱਕ ਪਹਿਰ ਰੁਕ ਜਾਓ, ਕਿਉਂਕਿ ਵਜੀਦ ਖਾਂ ਜਿਹੜਾ ਤੋਪਾਂ ਚਲਾ ਰਿਹਾ, ਗੋਲੀਆਂ ਚਲਾ ਰਿਹਾ, ਕੇਵਲ ਤੇ ਕੇਵਲ ਆਪਣੇ ਹਥਿਆਰਾਂ ਦੀ ਪ੍ਰਦਰਸ਼ਨੀ ਕਰ ਰਿਹਾ। ਕਿਉਂਕਿ ਸਰਕਾਰ ਜਾਂ ਫੌਜ ਖਾਲਸਾ ਜੀ ਜਿਹੜੀ ਮੁਗਲ ਹਕੂਮਤ ਹੈ, ਜਾਂ ਅੱਜ ਵੀ ਜਦੋਂ ਜੰਗ ਹੁੰਦੀ ਹੈ ਤਾਂ ਪਹਿਲਾਂ ਸਾਹਮਣੇ ਆਏ ਹੋਏ ਦੁਸ਼ਮਣ ਨੂੰ ਡਰਾਉਣ ਵਾਸਤੇ, ਉਹਨਾਂ ਦੇ ਹੌਸਲੇ ਤੋੜਨ ਵਾਸਤੇ ਪਹਿਲਾਂ ਹਥਿਆਰ ਉਦਾਂ ਹੀ ਚਲਾਏ ਜਾਂਦੇ ਨੇ ਵੀ ਚੜ ਕੇ ਆਈ ਹੋਈ ਫੌਜ ਨੂੰ ਪਤਾ ਲੱਗ ਜਾਵੇ ਸਾਡੇ ਕੋਲ ਹਥਿਆਰ ਵੱਧ ਗਿਣਤੀ ਵਿੱਚ ਨੇ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਹਜੇ ਸੰਜਮ ਰੱਖੋ, ਹੌਸਲਾ ਰੱਖੋ, ਇੱਕ ਪਹਿਰ ਰੁਕ ਜਾਓ, ਇੱਕ ਪਹਿਰ ਵਿਸ਼ਰਾਮ ਕਰੋ, ਇਹਨਾਂ ਨੂੰ ਹਥਿਆਰ ਚਲਾ ਲੈਣ ਦਿਓ,
ਇੱਕ ਪਹਿਰ ਤੋਂ ਬਾਅਦ ਫਿਰ ਚੜ੍ਹਾਈ ਕਰਾਂਗੇ। ਤੋ ਮਾਲਕ ਫਿਰ ਹਮ ਵੱਲ ਕਰੇ। ਤਾਂ ਜਦੋਂ ਇੱਕ ਪਹਿਰ ਰੁਕ ਕੇ ਚੜ੍ਹਾਈ ਕਰਾਂਗੇ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਵੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜ ਜਾਵੇਗਾ। ਸਭ ਤੁਰਕਨ ਕੋ ਮਾਰ ਸੋ ਡਰੇ। ਤੇ ਆ ਜਿਹੜੇ ਤੁਰਕ ਚੜ ਕੇ ਆਏ ਨੇ ਇਹਨਾਂ ਨੂੰ ਮਾਰ ਮੁਕਾਵਾਂਗੇ। ਤਬ ਸਿੱਖਨ ਮਿਲ ਬਿਨਤੀ ਕਰੀ। ਤਾਂ ਫਿਰ ਸਾਰੇ ਗੁਰੂ ਕੇ ਸਿੰਘ ਹੱਥ ਜੋੜ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੇਨਤੀ ਕਰਨ ਲੱਗੇ। ਹਮ ਤੇ ਸ਼ਰਤ ਨ ਕਾਚੀ ਘਰੀ। ਕੁਝ ਗੁਰੂ ਕੇ ਸਿੰਘ ਕਾਲੇ ਵੀ ਪੈਣ ਲੱਗੇ, ਕਿਉਂਕਿ ਸਾਡੇ ਵਿੱਚ ਇਹ ਵੀ ਥੋੜੀ ਜੀ ਵੇਖਣ ਵਿੱਚ ਕਮੀ ਆਉਂਦੀ ਹੈ ਵੀ ਅਸੀਂ ਕਾਲੇ ਬਹੁਤ ਛੇਤੀ ਪੈ ਜਾਂਦੇ ਹਾਂ। ਅਸੀਂ ਚਾਹੁੰਦੇ ਹਾਂ ਵੀ ਜਾ ਕਰਕੇ ਬਸ ਅਗਲੇ ਦੇ ਮੱਥੇ ਵਿੱਚ ਗੋਲੀ ਮਾਰ ਦਈਏ, ਪਰ ਖਾਲਸਾ ਜੀ ਜਦੋਂ ਵੱਡੀਆਂ ਜੰਗਾਂ ਫਤਿਹ ਕਰਨੀਆਂ ਹੋਣ ਤਾਂ ਉਦੋਂ ਇੱਕ ਨੀਤੀ ਦੇ ਨਾਲ ਚੱਲਣਾ ਪੈਂਦਾ ਹੈ, ਯੁੱਧ ਨੀਤੀ ਦੇ ਨਾਲ। ਸੋ ਬਾਬਾ ਬੰਦਾ ਸਿੰਘ ਬਹਾਦਰ ਉਸ ਯੁੱਧ ਨੀਤੀ ਦੇ ਨਾਲ, ਗੁਰੀਲਾ ਨੀਤੀ ਦੇ ਨਾਲ ਚੱਲ ਰਹੇ ਸਨ। ਤੇ ਕੁਝ ਸਿੰਘ ਕਾਲੇ ਪੈਂਦੇ ਨੇ ਵੀ ਸਾਡੇ ਤੋਂ ਇੱਕ ਪਹਿਰ ਰੁਕਿਆ ਨਹੀਂ ਜਾਣਾ, ਤੂੰ ਜਲਦੀ ਕਰ, ਆਪਾਂ ਚੱਲ ਕੇ ਜੰਗ ਦੇ ਮੈਦਾਨ ਵਿੱਚ ਜੂਝੀਏ। ਬਾਜ ਸਿੰਘ ਓ ਸ਼ਿਆਮ ਸਿੰਘ ਸਤਿਗੁਰ ਦਏ ਸੋ ਸਾਥ। ਸੋ ਜਿਹੜੇ ਭਾਈ ਬਾਜ ਸਿੰਘ ਤੇ ਭਾਈ ਸ਼ਾਮ ਸਿੰਘ, ਇਹ ਚਾਰ ਭਰਾ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੋਂ ਭੇਜੇ ਸਨ, ਸਹਿਬਨ ਮਿਲ ਕੋ ਕਿਹੋ ਜੋੜ ਜੋੜ ਕੇ ਹੱਥ। ਸਾਰੇ ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੱਥ ਜੋੜ ਜੋੜ ਕਰਕੇ ਬੇਨਤੀਆਂ ਕਰਨ ਲੱਗੇ। ਉਹ ਕੀ ਬੇਨਤੀ ਕੀਤੀ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਨੇ ਕਿਵੇਂ ਸਰਹੰਦ ਦੀ ਧਰਤੀ ਨੂੰ ਫਤਿਹ ਕੀਤਾ, ਸੂਬੇ ਸਰਹੰਦ ਦਾ ਸੋਧਾ ਲਾਇਆ ਖਾਲਸਾ ਜੀ, ਉਹ ਵੀ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅਰਦਾਸ ਕਰਨੀ, ਜੋ ਸੁਣਿਆ ਜੋ ਸੁਣਾਇਆ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ। ਆਓ ਅਖੀਰ ਦੇ ਵਿੱਚ ਬੇਨਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਫਤਿਹ ਦੀ ਸਾਂਝ ਕਰੀਏ ਅਤੇ ਸ਼ਬਦ ਦਾ ਜਾਪ ਕਰਕੇ ਸਤਿਗੁਰਾਂ ਤੋਂ ਹੋਈਆਂ ਭੁੱਲਾਂ ਦੀ ਮੁਆਫੀ ਮੰਗੀਏ। ਸਾਰੇ ਹੀ ਪਿਆਰ ਸਹਿਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्व मैं दुख भंजन गुणतास, हे संगी हे निरंकार, हे निर्गुण सब टेक, हे गोबिंद हे गुण निदान, जाकै सदा बबेक, हे अपरंपार हर हरे, है पी होवन हार, हे संत के सदा संग निधारा आधार, हे ठाकुर हों दासरो मैं निर्गुण गुण नहीं कोय, नानक दीजै नाम दान राखो हियै परोए, आए प्रभ शरणागति कृपा निध दयाल, एक अखर हर मन बसत नानक होत निहाल, कथा निता प्रत होत है सुनो सो सिंह सुजान, नानक गुरु गोबिंद सिंह जी सदा करें, नानक गुरु गोबिंद सिंह जी सदा करें कल्याण। वाहिगुरु जी का खालसा, वाहिगुरु जी की फतेह। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਬੜੇ ਹੀ ਪਿਆਰ ਦੇ ਨਾਲ ਗੁਰ ਇਤਿਹਾਸ ਸਰਵਣ ਕਰਵਾ ਰਹੇ ਸਾਹਿਬ ਭਾਈ ਸੁਖਜੀਤ ਸਿੰਘ ਜੀ ਕਨਈਆ ਜੀ, ਜਿਨ੍ਹਾਂ ਦੇ ਉੱਤੇ ਬੜੀ ਅਪਾਰ ਬਖਸ਼ਿਸ਼ ਹੈ। ਮਨ ਕਰਦਾ ਹੋਰ ਅੱਗੇ